परम सत्कारयोग सतगुरां दी साजी और नवाजी हुई साध संगत जीओ, आप माई पाई तंता दे जोग होण जिन्हां नूं सतगुरु जी दे चरणां दे विच बैठण दे सुभाग समय प्राप्त होए ने। आओ रल मिल के सारे गुरु जी दे उच्चारण की हुई गुरबाणी दी विचार चल रही है। सतगुरु गुरु तेग बहादुर महाराज जी दी गुरबाणी चल रही है। आओ की कहंदे ने गुरु तेग बहादुर महाराज जी। आओ सारे रल मिल के आपां नींदरा दा त्याग करते हुए गुरु दे चरनां विच हाज़री भरीए। तां गुरमुख प्यारिओ, सतगुरु गुरु तेग बहादुर महाराज जी गौड़ी राग दे विच फरमान करते ने। गौड़ी महला नौमा नर अचेत पाप ते डर रे, दीन दयाल सगल पै पंजन, शरण ताहि तुम पर रे रहाओ। महाराज जी कहते हे बेखबर बंदे, तू गुनाहा तो भै कर। जो गरीबां उत्ते मयावान अते समूह डर नाश करन वाला है, तू उसकी शरणागत संभाल। वो वाहिगुरु परमेश्वर सबना दे डर दूर करन वाला है। देखिया ना, हुण सारी दुनिया डरी फिरदी आ करोना वायरस करके। कल सारी संसार ही बंद सी, सुनसैन ऐ लग रहा सी भी दुनिया उत्ते कोई है नहीं हो। नगर च निगाह मारते सी, सारा सुनसैन लग रहा सी कोई है नहीं हो, क्योंकि डर करके सारे सहमे हुए आ। डर भी सच्चा है। इस करके जिन्ना भी हो सके उन्ना आपां, जिवें सियाणे कहंदे ने ना, डॉक्टर दसदे ने भाई दवाई दे नालों परहेज ज़्यादा काम करदा। जिन्ना परहेज रखांगे उन्ना ज़्यादा काम करदा है। इस करके सारे सहमे हुए आ, पर इन्ना डर नूं दूर करन वाला कोई नहीं है। एक है वो वाहिगुरु परमेश्वर दा नाम सतगुरु जी। महाराज जी कहते जो गरीबां उत्ते मयावान ते समूह सारे डर नाश करन वाला है, तू उसकी शरण संभाल रहाओ। वेद पुराण जस गुण गावत ताको, नाम ही सो तरे। पावन नाम जगत में हर को, सिमर सिमर कसमल सब हर रे। सतगुरु महाराज जी कहते अपने अंतःकरण तो उस दे नाम नूं टिका, जिस दी उपमा वेद ते पुराण गान करदे हन। सतगुरु जी कहते भाई पवित्र है नाम वाहिगुरु दा जहान अंदर। इस नूं उच्चारण करन आराधन द्वारा तो अपने सारे पाप धो सुटेगा। मानस देही बहुर नह पावै, कसू पाव मुक्त का कर रे।
ਨਾਨਕ ਕਹਿਤ ਗਾਏ ਕਰਨਾ ਮੈਂ, ਭਵ ਸਾਗਰ ਕੈ ਪਾਰ ਉਤਾਰੇ। ਹੇ ਬੰਦਿਆ, ਮਨੁੱਖੀ ਸਰੀਰ ਮੁੜ ਤੈਨੂੰ ਹੱਥ ਨਹੀਂ ਲੱਗਣਾ ਹੈਗਾ। ਇਹ ਮਨੁੱਖਾ ਸਰੀਰ ਤੈਨੂੰ ਮੁੜ ਕੇ ਨਹੀਂ ਮਿਲਣਾ ਹੈ। ਇੱਕ ਵਾਰ ਲੰਘਿਆ ਸਮਾਂ ਮੁੜ ਕੇ ਹੱਥ ਨਹੀਂ ਆਉਣਾ ਹੈ। ਇਹ ਮਨੁੱਖਾ ਸਰੀਰ ਤੈਨੂੰ ਹੁਣ 84 ਲੱਖ ਜੂਨ ਬਾਅਦ ਮਿਲਿਆ ਹੈ, ਹੁਣ ਨਹੀਂ ਮਿਲਣਾ ਹੈ। ਆਪਣੀ ਕਲਿਆਣ ਵਾਸਤੇ ਕੁਝ ਉਪਰਾਲਾ ਕਰ ਲਾ, ਕੋਈ ਨਾ ਕੋਈ ਉਪਰਾਲਾ ਕਰ ਲਾ। ਗੁਰੂ ਜੀ ਫਰਮਾਉਂਦੇ ਹਨ, ਕਹਿੰਦੇ ਤੂੰ ਰਹਿਮਤ ਦੇ ਪੁੰਜ ਦੀ ਉਸਤਤੀ ਗਾਇਨ ਕਰ ਅਤੇ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾ। ਰਾਗ ਗੌੜੀ ਅਸ਼ਟਪਦੀਆਂ ਮਹੱਲਾ ਪਹਿਲਾ, ਗੌੜੀ ਗੁਆਰਰੀ। ਆਓ ਗੁਰੂ ਨਾਨਕ ਦੇਵ ਮਹਾਰਾਜ ਜੀ ਕੀ ਕਹਿੰਦੇ ਨੇ, ਸੁਣੋ ਜਰਾ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ। ਵਾਹਿਗੁਰੂ ਕੇਵਲ ਇੱਕ ਹੈ, ਸੱਚੇ ਉਸਦਾ ਨਾਮ ਹੈ ਅਤੇ ਰਚਨਹਾਰ ਉਸਦੀ ਵਿਅਕਤੀ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਨਿੱਧ ਸਿੱਧ ਨਿਰਮਲ ਨਾਮ ਵਿਚਾਰ, ਪੂਰਨ ਪੂਰ ਰਹਾ ਬਿਖਮਾਰ। ਨੌ ਖਜ਼ਾਨੇ 18 ਕਰਾਮਾਤਾਂ ਪਵਿੱਤਰ ਨਾਮ ਦੇ ਸਿਮਰਨ ਵਿੱਚ ਹਨ। ਨਾਮ ਦੇ ਵਿੱਚ 9 ਖਜ਼ਾਨੇ 18 ਕਰਾਮਾਤਾਂ ਨੇ। ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦਾ ਨਾ, ਉਹਨਾਂ ਨੂੰ 9 ਖਜ਼ਾਨੇ ਤੇ 18 ਕਰਾਮਾਤਾਂ ਪ੍ਰਾਪਤ ਹੋ ਜਾਂਦੀਆਂ ਨੇ। ਭਾਵ ਕਿ ਨਾਮ ਜਪਣ ਵਾਲਿਆਂ ਵਿੱਚ ਕਰਾਮਾਤਾਂ ਆ ਜਾਂਦੀਆਂ ਨੇ। ਕਈ ਕਹਿੰਦੇ ਜੀ ਕੋਈ ਕਰਾਮਾਤ ਨਹੀਂ ਹੁੰਦੀ, ਇਹ ਤਾਂ ਸਭ ਵਹਿਮ ਪਾਇਆ ਹੋਇਆ ਮੈਂ ਆਪਣਾ। ਕੋਈ ਕਰਾਮਾਤ ਨਹੀਂ ਹੁੰਦੀ, ਇਹ ਸਭ ਵਹਿਮ ਪਾਇਆ ਹੋਇਆ। ਜੇ ਹੈਗੀਆਂ ਨੇ ਤਾਈਓ ਗੁਰੂ ਜੀ ਨੇ ਆਖਿਆ ਨਾ। ਜਿਹੜੇ ਹੁਣ ਰੱਬ ਦੇ ਪਿਆਰੇ ਸਾਧੂ ਸੰਤ ਮਹਾਤਮਾ ਨੇ, ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕੀਤੀ ਹੈ, ਕਿ ਉਹਨਾਂ ਵਿੱਚ ਕਰਾਮਾਤਾਂ ਤੇ 9 ਨਿਧੀਆਂ 18 ਸਿੱਧੀਆਂ ਨਹੀਂ ਹਨ? ਹੈਗੀਆਂ ਨੇ। ਤਾਂ ਗੁਰਮੁਖ ਪਿਆਰਿਓ, ਇਹ ਨਾਮ ਦੇ ਸਿਮਰਨ ਵਿੱਚ ਨੇ। ਜਿਹੜਾ ਸਿਮਰਨ ਕਰਦਾ ਭਾਵੇਂ ਕੋਈ ਵੀ ਆ, ਉਹਦੇ ਕੋਲ ਐਟੋਮੈਟਿਕ 9 ਨਿਧੀਆਂ 18 ਸਿੱਧੀਆਂ ਕਰਾਮਾਤਾਂ ਆ ਜਾਂਦੀਆਂ ਨੇ। ਸ਼ਕਤੀਆਂ ਉਹਨਾਂ ਦੇ ਕੋਲ ਆ ਜਾਂਦੀਆਂ ਨੇ। ਮਾਇਆ ਦੀ ਜ਼ਹਿਰ ਨੂੰ ਨਾਸ ਕਰਕੇ ਇਨਸਾਨ ਪੂਰੇ ਪੁਰਸ਼ ਨੂੰ ਸਰਬ ਥਾਈਂ ਵਿਆਪਕ ਵੇਖਦਾ ਹੈ। ਤਿਰ ਕੁੱਟੀ ਸੁੱਟੀ ਬਿਲਮ ਮੰਜਾਰ, ਗੁਰ ਕੀ ਮਤ ਜੀਐ ਆਈ ਕਾਰ। ਮਹਾਰਾਜ ਜੀ ਕਹਿੰਦੇ, ਪਾਵਨ ਪ੍ਰਭੂ ਅੰਦਰ ਵਸਣ ਦੁਆਰਾ ਮੈਂ 3 ਗੁਣ ਤੋਂ ਖਲਾਸੀ ਪਾ ਗਿਆ ਹਾਂ। ਗੁਰਾਂ ਦਾ ਉਪਦੇਸ਼ ਮੇਰੀ ਆਤਮਾ ਨੂੰ ਲਾਭਦਾਇਕ ਹੈ। ਇਹ ਜਿਹੜਾ ਗੁਰਾਂ ਦਾ ਉਪਦੇਸ਼ ਸੁਣ ਰਹੇ ਹਾਂ ਨਾ ਅਸੀਂ, ਇਹ ਸਾਡੀ ਆਤਮਾ ਨੂੰ ਲਾਭਦਾਇਕ ਹੈ, ਇਹਦਾ ਫਾਇਦਾ ਹੈ ਆਤਮਾ ਨੂੰ। ਕਿਉਂਕਿ ਜਦੋਂ ਲਿਜਾਣਾ ਹੈ, ਇਹ ਆਤਮਾ ਨੂੰ ਲੈ ਕੇ ਜਾਣਾ, ਸਰੀਰ ਨੂੰ ਨਹੀਂ ਲੈ ਕੇ ਜਾਂਦੇ। ਸਰੀਰ ਤਾਂ ਤੇਰਾ ਇੱਥੇ ਹੀ ਰਹਿ ਜਾਣਾ ਹੈ। ਜਦੋਂ ਇਸ ਲੋਕ ਤੋਂ ਪਰਲੋਕ ਨੂੰ ਜਾਏਗਾ ਨਾ, ਸਰੀਰ ਤੇਰਾ ਇੱਥੇ ਹੀ ਰਹਿ ਜਾਣਾ, ਸੰਸਕਾਰ ਕਰ ਦੇਣਾ। ਜਿਹੜੀ ਤੇਰੀ ਆਤਮਾ ਨੂੰ ਲੈ ਕੇ ਜਾਣਗੇ। ਇਸੇ ਆਤਮਾ ਨੇ ਜੇ ਇੱਥੇ ਨਾਮ ਜਪਿਆ ਹੋਵੇਗਾ, ਪਰਮੇਸ਼ਰ ਦੀ ਬੰਦਗੀ ਕੀਤੀ ਹੋਵੇਗੀ, ਤਾਂ ਗੁਰਮੁਖ ਪਿਆਰਿਓ ਆਤਮਾ ਨੂੰ ਫਿਰ ਇਹ ਲਾਭ ਹੋਵੇਗਾ। ਆਤਮਾ ਨੂੰ ਅੱਗੇ
ਸਾਡਾ ਇੱਥੇ ਜਪਿਆ ਨਾਮ, ਕੀਤੀ ਬੰਦਗੀ, ਪੁੰਨਦਾਨ, ਭਜਨ ਕੀਤਾ, ਅੱਗੇ ਆਤਮਾ ਨੂੰ ਫਿਰ ਇਹਦਾ ਫਾਇਦਾ ਹੋਵੇਗਾ। ਮਹਾਰਾਜ ਜੀ ਕਹਿੰਦੇ ਇਨ ਬਿਦ ਰਾਮ ਰਮਤ ਮਨ ਮਾਨਿਆ, ਗਿਆਨ ਅੰਜਨ ਗੁਰ ਸ਼ਬਦ ਪਛਾਨਿਆ ਰਹਾਓ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਇਸ ਤਰੀਕੇ ਨਾਲ ਸਾਹਿਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੇਰੀ ਆਤਮਾ ਪਤੀਜ ਗਈ ਆ। ਬ੍ਰਹਮ ਗਿਆਤ ਦੇ ਸੁਰਮੇ ਨੂੰ ਮੈਂ ਗੁਰਾਂ ਦੀ ਸਿੱਖ ਮਤ ਰਾਹੀਂ ਸਿਆਣ ਲਿਆ ਹੈ ਰਹਾਉ। ਇੱਕ ਸੁਖ ਮਾਨਿਆ ਸਹਿਜ ਮਿਲਾਇਆ, ਨਿਰਮਲ ਬਾਣੀ ਪਰਮ ਚੁਕਾਇਆ। ਮੈਂ ਹੁਣ ਇੱਕ ਬੈਕੁੰਠੀ ਪਰਮ ਆਨੰਦ ਭੋਗਦਾ ਹਾਂ ਅਤੇ ਸੁਆਮੀ ਨਾਲ ਅਭੇਦ ਹੋ ਗਿਆ ਹਾਂ। ਜਦੋਂ ਬੈਕੁੰਠ ਦਾ ਆਨੰਦ ਭੋਗਦੇ ਆ ਨਾ, ਭਾਵ ਕਿ ਸਿਮਰਨ ਦਾ ਆਨੰਦ, ਗੁਰਬਾਣੀ ਦਾ ਆਨੰਦ ਰਸ ਲੈਂਦੇ ਆ, ਫਿਰ ਸੁਆਮੀ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਆ। ਤਾਂ ਗੁਰਮੁਖ ਪਿਆਰਿਓ, ਮਹਾਰਾਜ ਜੀ ਕਹਿੰਦੇ ਫਿਰ ਇਹ ਉਹ ਪਰਮੇਸ਼ਰ ਵਿੱਚ ਅਭੇਦ ਹੋ ਜਾਂਦਾ ਹੈ। ਪਵਿੱਤਰ ਗੁਰਬਾਣੀ ਦੇ ਰਾਹੀਂ ਮੇਰਾ ਵਹਿਮ ਨਿਮਿਰਤ ਹੋ ਗਿਆ। ਭਰਮ ਕੇ ਪੜਦੇ ਸਤਿਗੁਰ ਖੋਲੇ। ਇਹ ਜਿਹੜਾ ਵਹਿਮ ਆ ਨਾ, ਜਿਵੇਂ ਕਹਿੰਦੇ ਨੇ ਵੀ ਵਹਿਮ ਦਾ ਇਲਾਜ ਨਹੀਂ ਹੈ। ਜੇ ਕਿਸੇ ਬੰਦੇ ਨੂੰ ਵਹਿਮ ਹੋ ਗਿਆ ਨਾ, ਉਹਦਾ ਇਲਾਜ ਨਹੀਂ ਹੈ ਛੇਤੀ। ਤਾਂ ਗੁਰਮੁਖ ਪਿਆਰਿਓ, ਵਹਿਮ ਭਰਮ ਇੱਕੋ ਆ। ਮਹਾਰਾਜ ਜੀ ਕਹਿੰਦੇ ਸਤਿਗੁਰ ਭਰਮ ਕੇ ਪੜਦੇ ਖੋਲੇ, ਭਾਵ ਕਿ ਉਹ ਭਰਮ ਨੂੰ ਦੂਰ ਕਰ ਦਿੰਦੇ ਨੇ, ਵਹਿਮ ਨੂੰ ਦੂਰ ਕਰਦੀ ਹੈ ਗੁਰਾਂ ਦੀ ਬਾਣੀ। ਨਿਰਮਲ ਬਾਣੀ ਭਰਮ ਚੁਕਾਇਆ। ਮਹਾਰਾਜ ਜੀ ਕਹਿੰਦੇ ਲਾਲ ਪੈ ਸੂਹਾ ਰੰਗ ਮਾਇਆ, ਨਦਰ ਪੈ ਠਾਕਰ ਆਇਆ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ ਨੇ, ਕਹਿੰਦੇ ਮੌਣੀ ਦੀ ਰਤੀ ਭਰ ਥਾਂ ਤੇ ਮੈਂ ਰੱਬ ਦੇ ਨਾਮ ਦੀ ਗੁਲਾਰਨੀ ਰੰਗਤ ਧਾਰਨ ਕਰ ਲਈ ਆ। ਜਦ ਮਾਲਕ ਆਪਣੀ ਮਿਹਰ ਦੀ ਨਿਗਾਹ ਧਾਰਦਾ ਹੈ, ਬਦੀ ਦੀ ਜ਼ਹਿਰ ਤਬਾਹ ਹੋ ਜਾਂਦੀ ਆ। ਬਦੀ ਦੀ ਜ਼ਹਿਰ ਤਬਾਹ ਹੋ ਜਾਂਦੀ ਆ ਜਦੋਂ ਮਾਲਕ ਨਜ਼ਰ ਧਾਰਦਾ ਹੈ। ਉਹ ਵਾਹਿਗੁਰੂ ਪਰਮੇਸ਼ਰ ਬੜਾ ਸਰਬੱਤ ਹੈ। ਉਹ ਵਾਹਿਗੁਰੂ ਪਰਮੇਸ਼ਰ ਜੀਵਾਂ ਨੂੰ ਤਾਰਨ ਵਾਲਾ ਹੈ। ਉਹ ਪਰਮੇਸ਼ਰ ਜੀਵਾਂ ਨੂੰ ਮਾਰਨ ਵਾਲਾ ਵੀ ਆ। ਆਪ ਹੀ ਤਾਰਦਾ ਤੇ ਆਪ ਹੀ ਮਾਰਦਾ ਹੈ, ਆਪ ਹੀ ਪੈਦਾ ਕਰਦਾ ਤੇ ਆਪ ਹੀ ਖਤਮ ਕਰਦਾ ਹੈ। ਮਹਾਰਾਜ ਜੀ ਕਹਿੰਦੇ ਜਦ ਮਾਲਕ ਆਪਣੀ ਨਿਗਾਹ ਮਿਹਰ ਦੀ ਧਾਰਦਾ ਹੈ, ਬਦੀ ਦੀ ਜ਼ਹਿਰ ਤਬਾਹ ਹੋ ਜਾਂਦੀ ਆ। ਉਲਟ ਭਈ ਜੀਵਤ ਮਰ ਜਾਗਿਆ, ਸ਼ਬਦ ਰਵੈ ਮਨ ਹਰਿ ਸਿਉ ਲਾਗਿਆ। ਜਦ ਮੈਂ ਦੁਨੀਆ ਵੱਲੋਂ ਮੋੜਾ ਪਾ ਲਿਆ ਤੇ ਜਿਉਂਦਾ ਜੀ ਮਰ ਗਿਆ, ਤਾਂ ਮੈਂ ਰੂਹਾਨੀ ਤੌਰ ਤੇ ਜਾਗ ਉੱਠਿਆ। ਜਿੰਨਾ ਚਿਰ ਅਸੀਂ ਦੁਨੀਆ ਵੱਲੋਂ ਮੋੜਾ ਨਹੀਂ ਨਾ ਪਾਉਂਦੇ, ਉਨਾ ਚਿਰ ਰੱਬ ਵੱਲ ਨਹੀਂ ਜੁੜਦੇ। ਆਖੋ ਸਤਿਨਾਮ। ਅਸੀਂ ਦੁਨੀਆ ਦੇ ਨਾਲ ਜੁੜੇ ਹੋਏ ਹਾਂ, ਦੁਨੀਆ ਦੇ ਕਾਰਾਂ ਵਿਹਾਰਾਂ ਦੇ ਨਾਲ ਜੁੜੇ ਹੋਏ ਹਾਂ।
ਇਸ ਕਰਕੇ ਸਾਡਾ ਉਹ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਹੋ ਰਿਹਾ ਹੈ, ਇਸੇ ਕਰਕੇ ਉਹ ਪਰਮੇਸ਼ਰ ਨਹੀਂ ਮਿਲ ਰਿਹਾ ਹੈ। ਜਦ ਮੈਂ ਦੁਨੀਆ ਵੱਲੋਂ ਮੋੜਾ ਪਾ ਲਿਆ, ਜਦੋਂ ਮੋੜਾ ਪਾ ਲੇਗਾ ਨਾ ਤਾਂ ਜਿਉਂਦੇ ਜੀ ਮਰ ਗਿਆ। ਦੁਨੀਆ ਵੱਲੋਂ ਜਿਉਂਦੇ ਜੀ ਮਰ ਗਿਆ ਤਾਂ ਮੈਂ ਰੂਹਾਨੀ ਤੌਰ 'ਤੇ ਜਾਗ ਉੱਠਿਆ। ਜਦੋਂ ਦੁਨੀਆ ਵੱਲੋਂ ਮਰ ਜਾਏਗਾ ਨਾ ਫਿਰ ਤੂੰ ਰੂਹਾਨੀ ਤੌਰ 'ਤੇ ਜਾਗੇਗਾ। ਹਜੇ ਤੂੰ ਮੋਹ ਮਾਇਆ ਦੀ ਪਿਆਸ ਵਿੱਚ ਸੁੱਤਾ ਪਿਆ ਹੈ, ਇਸ ਸੰਸਾਰ ਦੀ ਮਾਇਆ ਦੇ ਵਿੱਚ ਸੁੱਤਾ ਪਿਆ, ਹਜੇ ਤੂੰ ਜਾਗਿਆ ਨਹੀਂ। ਫਿਰ ਜਾਗੇਗਾ ਜਦੋਂ ਦੁਨੀਆ ਵੱਲੋਂ ਮੋੜਾ ਪਾ ਲਵੇਂਗਾ, ਦੁਨੀਆ ਵੱਲੋਂ ਅਟੈਚਮੈਂਟ ਤੋੜ ਲਏਗਾ, ਵਾਹਿਗੁਰੂ ਪਰਮੇਸ਼ਰ ਦੇ ਨਾਲ ਅਟੈਚਮੈਂਟ ਜੋੜ ਲਏਗਾ, ਫਿਰ ਤੂੰ ਜਾਗ ਉੱਠੇਗਾ। ਨਾਮ ਦਾ ਉਚਾਰਨ ਕਰਨ ਦੁਆਰਾ ਮੇਰੀ ਆਤਮਾ ਸਾਹਿਬ ਨਾਲ ਜੁੜ ਗਈ। ਜਦੋਂ ਨਾਮ ਦਾ ਉਚਾਰਨ ਕਰਾਂਗੇ, ਭਾਵ ਕਿ ਨਾਮ ਜਪਾਂਗੇ, ਗੁਰਬਾਣੀ ਪੜਾਂਗੇ, ਨਾਮ ਜਪਾਂਗੇ, ਸੇਵਾ ਕਰਾਂਗੇ, ਤਾਂ ਗੁਰਮੁਖ ਪਿਆਰਿਓ ਆਤਮਾ ਨਾ ਜਿਹੜੀ ਇਹ ਫਿਰ ਪਰਮਾਤਮਾ ਦੇ ਨਾਲ ਜੁੜ ਜਾਊਗੀ। ਆਖੋ ਸਤਨਾਮ। ਸੇਵਾ ਸਿਮਰਨ ਕਰਕੇ ਜਿਹੜਾ ਹਉਮੈ ਦਾ ਪਰਦਾ ਹੈ ਵਿਚਾਲੇ, ਉਹ ਸੇਵਾ ਸਿਮਰਨ ਕਰਕੇ ਹੀ ਹਉਮੈ ਦਾ ਪਰਦਾ ਵਿਚਾਲੋਂ ਹਟ ਜਾਣਾ ਹੈ। ਆਤਮਾ ਪਰਮਾਤਮਾ ਦੇ ਨਾਲ ਅਭੇਦ ਹੋ ਜਾਣੀ ਹੈ। ਰਸ ਸੰਗ੍ਰਹਿ ਬਿਖ ਪਰ ਹਰ ਤਿਆਗਿਆ, ਭਾਏ ਬਸੈ ਜਮ ਕਾ ਪਉ ਭਾਗਿਆ। ਮਹਾਰਾਜ ਜੀ ਕਹਿੰਦੇ ਮਾਇਆ ਦੀ ਜ਼ਹਿਰ ਨੂੰ ਛੱਡ ਅਤੇ ਪਰੇ ਸੁੱਟ ਦੇ। ਮੈਂ ਸੁਆਮੀ ਦੇ ਅੰਮ੍ਰਿਤ ਨੂੰ ਕਤਰ ਕੀਤਾ ਹੈ। ਹੁਣ ਗੱਲ ਉਲਟੀ ਹੋ ਗਈ ਨਾ। ਮਹਾਰਾਜ ਜੀ ਤਾਂ ਕਹਿੰਦੇ ਵੀ ਜ਼ਹਿਰ ਨੂੰ ਛੱਡ ਦੇ, ਅੰਮ੍ਰਿਤ ਨੂੰ ਪੀ ਲਾ। ਇਹ ਕਰਦਾ ਕੀ ਆ? ਬੰਦਾ ਕਰਦਾ ਕੀ ਆ? ਇਹ ਅੰਮ੍ਰਿਤ ਨੂੰ ਪਰੇ ਕਰ ਦਿੰਦਾ ਤੇ ਜ਼ਹਿਰ ਨੂੰ ਪੀਂਦਾ। ਆਖੋ ਸਤਨਾਮ। ਮਰਦਾ ਵੀ ਤਾਈਓ ਆ ਫਿਰ ਇਹ। ਜ਼ਹਿਰ ਨੂੰ ਪੀਂਦਾ, ਅੰਮ੍ਰਿਤ ਨੂੰ ਪਰੇ ਕਰਦਾ। ਪੀਣਾ ਅੰਮ੍ਰਿਤ ਸੀ, ਜ਼ਹਿਰ ਨੂੰ ਪਰੇ ਕਰਨਾ ਸੀ, ਲੇਕਿਨ ਕੰਮ ਉਲਟਾ ਕਰ ਬੈਠਿਆ, ਇਸ ਕਰਕੇ ਇਹ ਛੇਤੀ ਮਰਦਾ ਹੈ। ਮਹਾਰਾਜ ਜੀ ਕਹਿੰਦੇ ਪ੍ਰਭੂ ਦੀ ਪ੍ਰੀਤ ਅੰਦਰ ਵਸਣ ਦੁਆਰਾ ਮੇਰਾ ਮੌਤ ਦਾ ਡਰ ਦੂਰ ਭੱਜ ਜਾਂਦਾ ਹੈ। ਸਾਧ ਰਹੇ ਬਾਦੰਕਾਰਾ, ਚਿਤ ਹਰ ਸਿਉ ਰਾਤਾ ਹੁਕਮ ਪਾਰਾ। ਸੰਸਾਰੀ ਮੇਰੀ ਸੰਸਾਰੀ ਸਵਾਦ ਵਿਖੜੇ ਤੇ ਹਉਮੈ ਮੁੱਕ ਗਏ ਹਨ। ਸੰਸਾਰੀ ਜਿਹੜੇ ਸਵਾਦ ਨੇ ਅਤੇ ਵਿਖੜੇ ਅਤੇ ਹਉਮੈ, ਇਹ ਸਾਰੇ ਮੁੱਕ ਗਏ। ਅਨੰਤ ਸੁਆਮੀ ਦੇ ਹੁਕਮ ਦੁਆਰਾ ਮੇਰਾ ਮਨ ਵਾਹਿਗੁਰੂ ਦੇ ਨਾਮ ਨਾਲ ਰੰਗਿਆ ਗਿਆ ਹੈ। ਜਾਤ ਰਹੇ ਪਤ ਕੀ ਅਚਾਰਾ, ਦ੍ਰਿਟ ਪਈ ਸੁਖ ਆਤਮ ਧਾਰਾ। ਮੇਰੇ ਲੋਕ ਲੱਜਾ ਦੇ ਕੰਮ ਜਾਂਦੇ ਰਹੇ, ਮੇਰੇ ਲੋਕ ਲੱਜਾ ਦੇ ਕੰਮ ਜਾਂਦੇ ਰਹੇ। ਜਦ ਮਾਲਕ ਨੇ ਮੇਰੇ ਉੱਤੇ ਮਿਹਰ ਦੀ ਨਜ਼ਰ ਕੀਤੀ, ਮੈਂ ਬਕੁੰਠੀ ਠੰਡ ਚੈਨ ਨੂੰ ਆਪਣੇ ਚਿੱਤ ਅੰਦਰ ਟਿਕਾ ਲਿਆ ਹੈ। ਤੁਧ ਬਿਨ ਕੋਇ ਨਾ ਦੇਖੋ ਮੀਤ, ਕਿਸ ਸੇਵੋ ਕਿਸ ਦੇਵੋ ਚੀਤਾ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਤੇਰੇ ਬਗੈਰ ਮੈਂ ਆਪਣਾ ਦੋਸਤ ਕਿਸ ਨੂੰ ਨਹੀਂ ਵੇਖਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਕਹਿੰਦੇ ਨੇ ਵੀ ਤੇਰੇ ਬਗੈਰ ਮੈਂ ਆਪਣਾ ਦੋਸਤ ਕਿਸੇ ਨੂੰ ਨਹੀਂ ਵੇਖਦਾ। ਇੱਕ ਅਕਾਲ ਪੁਰਖ ਨੂੰ ਹੀ
ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਮੈਂ ਤੈਨੂੰ ਹੀ ਦੋਸਤ ਬਣਾਇਆ ਹੈ, ਤੈਨੂੰ ਹੀ ਵੇਖਦਾ, ਹੋਰ ਨਹੀਂ ਕਿਸੇ ਨੂੰ ਵੇਖਦਾ। ਕਿਸ ਸੇਵੋ ਕਿਸ ਦੇਵੋ ਚੀਤ, ਹੋਰ ਕਿਹਦੀ ਮੈਂ ਟਹਿਲ ਕਮਾਵਾਂ ਅਤੇ ਕਿਸ ਨੂੰ ਆਪਣੀ ਆਤਮਾ ਸਮਰਪਣ ਕਰਾਂ। ਇਹ ਆਪਣੀ ਆਤਮਾ ਮੈਂ ਕਿਸ ਨੂੰ ਸਮਰਪਣ ਕਰਾਂ, ਤਿਸ ਤੋਂ ਵੱਡਾ ਕੋਈ ਹੈ ਨਹੀਂ ਹੋ, ਤੇਰੇ ਬਗੈਰ ਕੋਈ ਅਕਾਲ ਪੁਰਖ ਜੀ ਹੈ ਨਹੀਂ ਹੋ, ਇਹ ਆਤਮਾ ਕਿਹਨੂੰ ਸਮਰਪਣ ਕਰਾਂ। ਕਿਸ ਪੁੱਛੋ ਕਿਸ ਲਾਗੋ ਪਾਏ, ਕਿਸ ਉਪਦੇਸ ਰਹਾ ਲਿਵਲਾਏ। ਮੈਂ ਕਿਹਨੂੰ ਪੁੱਛਾਂ ਅਤੇ ਕਿਸ ਦੇ ਪੈਰੀ ਪਵਾਂ, ਕਿਹਦੀ ਸਿੱਖ ਮਤ ਦੁਆਰਾ ਮੈਂ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਹੋ ਸਕਦਾ ਹਾਂ। ਗੁਰ ਸੇਬੀ ਗੁਰ ਲਾਗੋ ਪਾਏ, ਭਗਤ ਕਰੀ ਰਾਚੋ ਹਰਿ ਨਾਏ। ਗੁਰਾਂ ਦੀ ਚਾਕਰੀ ਕਮਾਉਂਦਾ ਹਾਂ ਅਤੇ ਗੁਰਾਂ ਦੇ ਪੈਰੀ ਪੈਂਦਾ ਹਾਂ। ਵਾਹਿਗੁਰੂ ਦਾ ਸਿਮਰਨ ਕਰਦਾ ਹਾਂ ਅਤੇ ਉਸਦੇ ਨਾਮ ਵਿੱਚ ਸਮਾਇਆ ਹੋਇਆ। ਮਹਾਰਾਜ ਜੀ ਕਹਿੰਦੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦਾ ਹਾਂ, ਉਹਦੀ ਚਾਕਰੀ ਕਰਦਾ ਹਾਂ। ਸਿਮਰਨ ਕਰ ਕਰਕੇ ਬੰਦਗੀ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਸਮਾ ਗਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਨਾਮ ਦਾ ਸਿਮਰਨ ਕਰਕੇ ਬੰਦਗੀ ਕਰਕੇ ਪਰਮੇਸ਼ਰ ਵਿੱਚ ਸਮਾ ਗਏ ਅਤੇ ਪਰਮੇਸ਼ਰ ਦਾ ਰੂਪ ਹੋ ਗਏ ਨੇ। ਆਖੋ ਸਤਨਾਮ। ਪਰਮੇਸ਼ਰ ਦਾ ਰੂਪ ਬਣ ਗਏ ਨੇ, ਉਹ ਪਰਮੇਸ਼ਰ ਦੇ ਵਿੱਚ ਸਮਾਏ ਹੋਏ ਨੇ। ਸਿੱਖਿਆ ਦਿਖਿਆ ਭੋਜਨ ਭਾਓ, ਹੁਕਮ ਸੰਜੋਗੀ ਨਿਜ ਘਰ ਜਾਓ। ਪ੍ਰਭੂ ਦੀ ਪ੍ਰੀਤ ਮੇਰੇ ਲਈ ਉਪਦੇਸ਼ ਹੈ, ਰੱਬੀ ਗੋਸ਼ਟ ਖਾਣਾ ਹੈ। ਸਾਈਂ ਦੇ ਹੁਕਮ ਨਾਲ ਜੁੜ ਕੇ ਮੈਂ ਆਪਣੇ ਨਿਜ ਦੇ ਗ੍ਰਹਿ ਅੰਦਰ ਪ੍ਰਵੇਸ਼ ਕਰ ਗਿਆ ਹਾਂ। ਗਰਭ ਗਤੰ ਸੁਖ ਆਤਮ ਧਿਆਨਾ, ਜੋਤ ਪਈ ਜੋਤੀ ਮਾਈ ਸਮਾਨਾ। ਹੰਕਾਰ ਦੀ ਨਿਵਰਤੀ ਨਾਲ ਜ਼ਿੰਦਗੀ ਨੂੰ ਆਰਾਮ ਤੇ ਸਿਮਰਨ ਪ੍ਰਾਪਤ ਹੋ ਜਾਂਦਾ ਹੈ। ਜਿੰਨਾ ਚਿਰ ਸਰੀਰ ਦੇ ਅੰਦਰੋਂ ਹੰਕਾਰ ਨਹੀਂ ਨਾ ਜਾਂਦਾ, ਨਾ ਤਾਂ ਨਾਮ ਦੀ ਪ੍ਰਾਪਤੀ ਹੁੰਦੀ ਹੈ, ਨਾ ਹੀ ਜ਼ਿੰਦਗੀ ਵਿੱਚ ਆਰਾਮ ਆਉਂਦਾ ਹੈ। ਇਹ ਦੁੱਖਾਂ ਦਾ ਕਾਰਨ ਹੈ ਭਾਈ ਹੰਕਾਰ। ਇਹ ਹੰਕਾਰ ਨਾਲੇ ਤਾਂ ਦੁਖੀ ਕਰਦਾ ਤੇ ਨਾ ਹੀ ਸਿਮਰਨ ਪ੍ਰਾਪਤ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਹੰਕਾਰ ਦੀ ਨਿਵਰਤੀ ਨਾਲ ਜ਼ਿੰਦਗੀ ਨੂੰ ਆਰਾਮ ਤੇ ਸਿਮਰਨ ਪ੍ਰਾਪਤ ਹੋ ਜਾਂਦਾ ਹੈ। ਰੱਬੀ ਨੂਰ ਉਦੇ ਹੋ ਗਿਆ ਹੈ ਅਤੇ ਮੇਰੀ ਜਿੰਦੜੀ ਪਰਮ ਨੂਰ ਅੰਦਰ ਲੀਨ ਹੋ ਗਈ। ਭਾਵ ਕਿ ਆਤਮਾ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਗਈ ਆ। ਲਿਖਤ ਮਿਟੀ ਨਹੀਂ ਸ਼ਬਦ ਨਿਸ਼ਾਨਾ, ਕਰਤਾ ਕਰਨਾ ਕਰਤਾ ਜਾਨਾ। ਅਨੰਤ ਲਿਖਤਕਾਰ ਮਿਟੀ ਨਹੀਂ ਜਾ ਸਕਦੀ। ਜੋ ਲਿਖਤਕਾਰ ਲਿਖੀ ਹੋਈ ਹੈ ਨਾ ਪਰਮੇਸ਼ਰ ਵੱਲੋਂ, ਉਹ ਨਹੀਂ ਮਿਟਦੀ। ਜੇ ਤੈਨੂੰ ਦੁੱਖ ਤੇਰੇ ਕਰਮਾਂ 'ਚ ਲਿਖਿਆ ਹੋਇਆ ਨਾ, ਉਹ ਮਿਟ ਨਹੀਂ ਸਕਦਾ। ਲਿਖਣਾ ਮਿੱਟੀ ਇਹ ਸਖੀ ਜੋ ਲਿਖਿਆ ਕਰਤਾਰ। ਜੋ ਪਰਮੇਸ਼ਰ ਨੇ ਲਿਖ ਦਿੱਤਾ ਉਹ ਮਿਟਦਾ ਨਹੀਂ। ਹਾਂ, ਦੂਸਰੇ ਪਾਸੇ ਮਹਾਰਾਜ ਜੀ ਕਹਿੰਦੇ ਮਿਟ ਜਾਂਦਾ ਹੈ। ਦੂਸਰੇ ਪਾਸੇ ਕਹਿੰਦੇ ਮਿਟ ਜਾਂਦਾ ਹੈ। ਉਹ ਕਿਵੇਂ ਮਿਟਦਾ, ਕੌਣ ਮਿਟੂ? ਅੱਜ ਹੀ ਦੇ ਦਰ 'ਤੇ ਅਸੀਂ ਬੈਠੇ ਹਾਂ ਨਾ, ਇਹਨਾਂ ਨਹੀਂ ਸਾਡੇ ਲੇਖ ਲਿਖੇ ਨੇ, ਇਹੀ ਮਿਟੂ। ਭਾਵ ਕਿ ਲੇਖਣਾ ਮਿੱਟੀ ਹੈ ਸਖੀ ਜੋ ਲਿਖਿਆ ਕਰਤਾਰ। ਜੋ ਕਰਤਾਰ ਨੇ ਲਿਖ ਦਿੱਤਾ ਉਹਨੂੰ ਕੋਈ ਵੀ ਦੁਨੀਆ ਦੇ ਵਿੱਚ ਮੇਟ ਨਹੀਂ ਸਕਦਾ। ਮਿਟੇਗਾ ਉਹੀ ਜਿਹਨੇ ਉਹ ਲੇਖ ਲਿਖਿਆ ਹੈ। ਉਹ ਵਾਹਿਗੁਰੂ ਪਰਮੇਸ਼ਰ ਆ ਜਿਹੜਾ ਨਾ, ਉਹ ਸਾਡਾ ਆਤਮਾ ਦਾ ਲਖਾਰੀ ਆ। ਉਹਨੇ ਪਰਮੇਸ਼ਰ ਨੇ ਸਾਡੇ ਲੇਖ ਲਿਖੇ ਹੋਏ ਨੇ। ਤਾਂ ਗੁਰਮੁਖ ਪਿਆਰਿਓ,
ਰੱਬੀ ਲਿਖਤਕਾਰ ਮਿਟੀ ਨਹੀਂ ਜਾ ਸਕਦੀ ਅਤੇ ਮੈਂ ਪ੍ਰਭੂ ਦੇ ਨਾਮ ਦਾ ਝੰਡਾ ਪ੍ਰਾਪਤ ਕਰ ਲਿਆ ਹੈ। ਮੈਂ ਸਿਰਜਣਹਾਰ ਵਾਹਿਗੁਰੂ ਨੂੰ ਹੀ ਰਚਣ ਵਾਲਾ ਅਤੇ ਰਚਨਾ ਜਾਣਿਆ ਹੈ। ਨੈ ਪੰਡਤ ਨੈ ਚਤਰ ਸਿਆਣਾ, ਨੈ ਪੂਲੋ ਨੈ ਪਰਮ ਪੁਲਾਨਾ। ਆਪਣੇ ਆਪ ਇਨਸਾਨ ਨਾ ਤਾਂ ਵਿਦਵਾਨ, ਨਾ ਹੀ ਹੁਸ਼ਿਆਰ ਅਕਲਮੰਦ ਹੈ, ਆਪਣੇ ਆਪ ਕੁਝ ਨਹੀਂ ਹੈ। ਤਾਂ ਗੁਰਮੁਖ ਪਿਆਰਿਓ, ਜੇ ਵਿਦਵਾਨ ਆ ਤਾਂ ਗੁਰੂ ਦੀ ਕਿਰਪਾ ਪਾਈ, ਜੇ ਹੁਸ਼ਿਆਰ ਹੈ ਤਾਂ ਗੁਰੂ ਦੀ ਕਿਰਪਾ ਹੈ, ਅਕਲਮੰਦ ਹੈ ਤਾਂ ਗੁਰੂ ਦੀ ਕਿਰਪਾ ਹੈ। ਨਾ ਹੀ ਮਹਾਰਾਜ ਜੀ ਕਹਿੰਦੇ, ਨਾ ਹੀ ਰਾਹੋ ਅਟਲਿਆ ਹੋਇਆ, ਨਾ ਹੀ ਸਕ ਸੁਬੇ ਦਾ ਗੁਮਰਾਹ ਕੀਤਾ ਹੋਇਆ। ਕਥੋ ਨਾ ਕਤਨੀ ਹੁਕਮ ਪਛਾਨਾ, ਨਾਨਕ ਗੁਰਮਤਿ ਸਹਿਜ ਸਮਾਨਾ। ਮੈਂ ਵਿਹਲੀਆਂ ਗੱਲਾਂ ਨਹੀਂ ਕਰਦਾ, ਮਹਾਰਾਜ ਜੀ ਕਹਿੰਦੇ ਮੈਂ ਵਿਹਲੀਆਂ ਗੱਲਾਂ ਨਹੀਂ ਕਰਦਾ, ਪਰੰਤੂ ਹਰੀ ਦੀ ਰਜਾ ਨੂੰ ਸਿਆਣਦਾ ਹਾਂ। ਗੁਰਾਂ ਦੇ ਉਪਦੇਸ਼ ਦੁਆਰਾ ਨਾਨਕ ਪ੍ਰਭੂ ਅੰਦਰ ਲੀਨ ਹੋ ਗਿਆ। ਮਹਾਰਾਜ ਜੀ ਕਹਿੰਦੇ, ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਮੈਂ ਵੀ ਗੁਰਾਂ ਦਾ ਉਪਦੇਸ਼ ਲੈ ਕੇ, ਗੁਰਾਂ ਦਾ ਉਪਦੇਸ਼ ਸੁਣ ਕੇ ਉਹ ਪਰਮੇਸ਼ਰ ਦੇ ਵਿੱਚ ਲੀਨ ਹੋ ਗਿਆ ਹਾਂ। ਗੌੜੀ ਮਹੱਲਾ ਪਹਿਲਾ। ਮਨ ਕੁੰਚਰ ਕਾਇਆ ਉਦਿਆਨੈ, ਗੁਰ ਅੰਕਸ ਸੱਚ ਸ਼ਬਦ ਨਿਸ਼ਾਨੈ। ਰਾਜ ਦੁਆਰੈ ਸੋਭ ਸੁਮਨੈ। ਮਹਾਰਾਜ ਜੀ ਕਹਿੰਦੇ, ਇਹ ਸਰੀਰ ਦੇ ਜੰਗਲ ਅੰਦਰ ਇੱਕ ਹਾਥੀ ਹੈ। ਇਹ ਜਿਹੜਾ ਸਰੀਰ ਹੈ, ਇਹਨੂੰ ਇੱਕ ਜੰਗਲ ਵੀ ਦੱਸਿਆ, ਇੱਕ ਮਹਿਲ ਵੀ ਦੱਸਿਆ, ਇਹ ਪਰਮੇਸ਼ਰ ਦਾ ਮਹਿਲ ਵੀ ਦੱਸਿਆ ਗਿਆ ਬਾਣੀ 'ਚ। ਅਤੇ ਇਸ ਸਰੀਰ ਨੂੰ ਗੁਰਬਾਣੀ ਦੇ ਵਿੱਚ ਸਰੀਰ ਨੂੰ ਜੰਗਲ ਵੀ ਦੱਸਿਆ। ਇਹ ਮਨੂਏ ਅੰਦਰ, ਇਹ ਸਰੀਰ ਅੰਦਰ ਮਨੂਆ ਇੱਕ ਹਾਥੀ ਹੈ। ਜਿਹੜਾ ਮਨ ਆ, ਇਹ ਇੱਕ ਹਾਥੀ ਆ। ਜਿਹੜਾ ਸਾਡਾ ਮਨ ਹੈ, ਇਹ ਇੱਕ ਹਾਥੀ ਹੈ। ਗੁਰੂ ਜੀ ਕੁੰਡਾ ਹਨ, ਭਾਵ ਕਿ ਜਿਹੜਾ ਗੁਰਬਾਣੀ ਆ ਸ਼ਬਦ ਆ, ਗੁਰੂ ਜੀ ਕੁੰਡਾ ਹਨ। ਹਾਥੀ ਨੂੰ ਚਲਾਉਣ ਵਾਸਤੇ ਹਾਥੀਵਾਨ ਦੇ ਕੋਲ ਇੱਕ ਕੁੰਡਾ ਹੁੰਦਾ। ਤਾਂ ਗੁਰਮੁਖ ਪਿਆਰਿਓ, ਗੁਰੂ ਜੀ ਕੁੰਡਾ ਹਨ ਜੋ ਹਾਥੀ ਉੱਤੇ ਸਤਨਾਮ ਦਾ ਨਿਸ਼ਾਨ ਪਾਉਂਦੇ ਹਨ, ਜਿਸ ਨਾਲ ਇਹ ਪਾਤਸ਼ਾਹ ਦੇ ਦਰਬਾਰ ਅੰਦਰ ਇੱਜ਼ਤ ਅੰਵਾਰੂ ਪਾਉਂਦਾ। ਚਿਤਰਾਏ ਨੈ ਚੀਨਿਆ ਜਾਏ, ਬਿਨ ਮਾਰੈ ਕਿਉ ਕੀਮਤ ਪਾਏ। ਰਹਾਉ। ਹੁਸ਼ਿਆਰੀ ਰਾਹੀਂ ਮਾਲਕ ਜਾਣੇ ਨਹੀਂ ਜਾ ਸਕਦਾ। ਜਿਹੜਾ ਬੰਦਾ ਹੁਸ਼ਿਆਰੀ ਕਰਦਾ ਨਾ ਪਰਮੇਸ਼ਰ ਦੇ ਨਾਲ, ਸਮਝ ਲਓ ਰੱਬ ਨਹੀਂ ਜਾਣਿਆ ਜਾਂਦਾ। ਬੜੀ ਹੁਸ਼ਿਆਰੀ ਕਰਦੇ ਆ ਪਰਮੇਸ਼ਰ ਦੇ ਨਾਲ, ਬੜੀ ਬੇਈਮਾਨੀ ਕਰਦੇ ਆ ਪਰਮੇਸ਼ਰ ਦੇ ਨਾਲ, ਬੜਾ ਧੋਖਾ ਕਰਦੇ ਆ। ਆ ਪਿੱਛੇ ਜਿਹੇ ਨਾ ਜਦੋਂ ਗੋਲਕ ਖੋਲ੍ਹੀ ਆ, 50-50 ਦੇ ਨੋਟ 2 ਨਕਲੀ ਲਿਕੜੇ ਨੇ। ਇਹ ਧੋਖਾ ਨਹੀਂ ਪਰਮੇਸ਼ਰ ਦੇ ਨਾਲ? ਮਨ ਕਰੀਬ ਨਹੀਂ ਪਤਾ ਵੀ 50 ਦਾ ਨੋਟ ਰੱਖ ਕੇ 40 ਰੁਪਏ ਚਾਕੀ ਲੈ ਗਿਆ ਹੋਵੇ। ਨਕਲੀ ਨੋਟ ਰੱਖ ਕੇ ਆਪਣੇ ਗੁਰਦੁਆਰੇ ਗੋਲ ਖੋਲ੍ਹੀ ਜਿੱਦੇ ਨਾ, ਨਕਲੀ ਨੋਟ 2 ਨਿਕਲੇ ਨੇ। ਇਹ ਨਹੀਂ ਪਤਾ ਵੀ 50 ਦਾ ਨੋਟ ਰੱਖ ਕੇ 40 ਰੁਪਏ ਚੱਕ ਕੇ ਲੈ ਗਿਆ ਹੋਵੇ।
ਇਹੋ ਜਿਹੀ ਵੀ ਦੁਨੀਆ ਹੈ। ਰੱਬ ਦੇ ਨਾਲ ਧੋਖਾ ਧੜੀ ਕਰਦੇ ਨੇ, ਬਖਸ਼ੇ ਜਾਣਗੇ ਕਿਤੇ? ਫਿਰ ਉਹ ਜਿਹੜੀ ਮਾਇਆ ਫਿਰ ਲੈ ਕੇ ਗਿਆ ਉਹ ਨਾ 40 ਰੁਪਈਏ, ਉਹ ਪਤਾ ਨਹੀਂ ਕਿੰਨੇ ਕੁ 40,000 ਲੈ ਕੇ ਜਾਊਗੀ। ਇਸ ਕਰਕੇ ਰੱਬ ਦੇ ਨਾਲ ਹੋਰ ਦੇਖੋ, ਅੱਧੇ ਅੱਧੇ ਨੋਟ ਪਾਟੇ ਹੋਏ, ਗੋਲਕ ਚੋਂ ਨਿਕਲੇ ਪਾਟੇ ਹੋਏ ਨੋਟ। ਰੱਬ ਨੂੰ ਲੋਕੀ ਮਖੌਲ ਕਰਦੇ ਨੇ, ਬਸ ਫਿਰ ਉਹ ਉਹੀ ਜਿਹੀਆਂ ਦਾਤਾਂ ਦਿੰਦਾ, ਫਿਰ ਜਿਹੇ ਜਿਹੇ ਉਹਦੇ ਸਰਦਤ ਕਰਦੇ ਆ, ਜਿਹੇ ਜਿਹੀ ਭਾਵਨਾ ਰੱਖਦੇ ਆ। ਤਾਂ ਗੁਰਮੁਖ ਪਿਆਰਿਓ, ਉਹ ਵਾਹਿਗੁਰੂ ਪਰਮੇਸ਼ਰ, ਉਹ ਸਤਿਗੁਰੂ ਮਾਲਕ ਹੁਸ਼ਿਆਰੀ ਰਾਹੀਂ ਜਾਣਿਆ ਨਹੀਂ ਜਾ ਸਕਦਾ। ਬਿਨ ਮਾਰੇ ਕਿਉਂ ਕੀਮਤ ਪਾਏ ਰਹਾਓ, ਮਨੁਏ ਨੂੰ ਜਿੱਤਣ ਦੇ ਬਗੈਰ ਸਾਹਿਬ ਦਾ ਮੁੱਲ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ। ਰਹਾਓ, ਕਰ ਮੈਂ ਅੰਮ੍ਰਿਤ ਤਸ ਕਰ ਲਈ, ਨੰਨਾ ਕਾਰਨਾ ਕੋਈ ਕਰੀ, ਰਾਖੇ ਆਪ ਵਡਾਈ ਦੇ। ਮਹਾਰਾਜ ਜੀ ਕਹਿੰਦੇ ਗ੍ਰਹਿ ਅੰਦਰ ਆਬ ਹਯਾਤ ਹੈ। ਆਬ ਹਯਾਤ ਕਿਹਨੂੰ ਆਖਿਆ? ਅੰਮ੍ਰਿਤ ਨੂੰ। ਇਹ ਸਰੀਰ ਦੇ ਅੰਦਰ ਅੰਮ੍ਰਿਤ ਹੈ। ਤਸਕਰ ਲਈ ਇਹ ਗ੍ਰਹਿ ਅੰਦਰ ਅੰਮ੍ਰਿਤ ਹਯਾਤ ਹੈ, ਜਿਸ ਨੂੰ ਚੋਰ ਲਈ ਜਾ ਰਹੇ ਨੇ। ਜਿਹੜਾ ਸਾਡੇ ਸਰੀਰ ਵਿੱਚ ਅੰਮ੍ਰਿਤ ਆ ਨਾ, ਸਤਿਗੁਰੂ ਜੀ ਕਹਿੰਦੇ ਇਹਨੂੰ ਚੋਰ ਲਈ ਜਾ ਰਹੇ ਨੇ। ਸਾਨੂੰ ਪਤਾ ਨਹੀਂ ਲੱਗ ਰਿਹਾ ਹੈ, ਅਸੀਂ ਮੋਹ ਮਾਇਆ ਦੀ ਪਿਆਸ ਵਿੱਚ ਸੁੱਤੇ ਪਏ ਆ। ਘਰ ਦੇ ਵਿੱਚ ਚੋਰ ਆ ਜਾਣ, ਕੋਈ ਚੀਜ਼ ਨੂੰ ਚੁੱਕ ਕੇ ਲੈ ਜਾਈਏ, ਸਾਨੂੰ ਪਤਾ ਹੀ ਨਾ ਲੱਗੇ। ਜਦੋਂ ਪਤਾ ਲੱਗੇ ਫਿਰ ਕਿਵੇਂ ਟੱਪਦਾ, ਬੜਾ ਰੋਂਦਾ ਕਰਲਾਉਂਦਾ, ਫਿਰ ਬੜਾ ਚੀਕਦਾ। ਫਿਰ ਕੀ ਫਾਇਦਾ ਬਾਅਦ ਦੇ ਵਿੱਚ? ਸਮਾਂ ਦਾ ਸਾਂਭਿਆ ਨਹੀਂ ਹੈ। ਹੁਣ ਗੁਰਮੁਖ ਪਿਆਰਿਓ, ਇਹ ਸਰੀਰ ਰੂਪੀ ਘਰ ਦੇ ਵਿੱਚ ਅੰਮ੍ਰਿਤ ਹੈ। ਇਹ ਜਿਸ ਨੂੰ ਚੋਰ ਲਈ ਜਾ ਰਹੇ ਨੇ, ਉਹ ਚੋਰ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ 5 ਚੋਰ ਨੇ। ਮਹਾਰਾਜ ਜੀ ਕਹਿੰਦੇ ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ। ਅੰਮ੍ਰਿਤ ਨੂੰ ਲੁੱਟ ਰਹੇ ਨੇ, ਇਹਨੂੰ ਕੋਈ ਪਤੀ ਨਹੀਂ ਹੈ। ਕੋਈ ਵੀ ਉਹਨਾਂ ਨੂੰ ਨਾ ਨਹੀਂ ਆਖਦਾ। ਰੱਖ ਆਪ ਵਡਾਈ ਦੇ, ਨੀਲ ਨੀਲ ਅਗਨੇ ਕਠਾਈ। ਜੇਕਰ ਬੰਦਾ ਆਪ ਹਯਾਤ ਦੀ ਰਖਵਾਲੀ ਕਰੇ, ਅੰਮ੍ਰਿਤ ਦੀ ਰਾਖੀ ਕਰੇ, ਵਾਹਿਗੁਰੂ ਖੁਦ ਉਸ ਨੂੰ ਵਡਿਆਈਆਂ ਬਖਸ਼ਦਾ ਹੈ। ਆਖੋ ਸਤਿਨਾਮ। ਅਸੀਂ ਇਹਦੀ ਰਾਖੀ ਕਰਦੇ ਨਹੀਂ। ਅੰਮ੍ਰਿਤ ਨੂੰ ਲੁੱਟ ਰਹੇ ਨੇ ਇਹ 5 ਚੋਰ, ਇਹਦੀ ਰਾਖੀ ਨਹੀਂ ਕਰਦੇ। ਇਸ ਕਰਕੇ ਸਾਨੂੰ ਕੋਈ ਵਡਿਆਈ ਨਹੀਂ ਮਿਲਦੀ। ਹਜ਼ਾਰਾਂ ਨੀਲ ਕਹਿੰਦੇ ਨੇ, ਹਜ਼ਾਰਾਂ ਨੂੰ ਅਨੀਲ, ਅਰਬਾਂ ਨੀਲ ਅਨੀਲ। ਨੀਲ ਕਹਿੰਦੇ ਨੇ ਹਜ਼ਾਰਾਂ, ਤੇ ਅਨੀਲ ਕਹਿੰਦੇ ਨੇ ਅਰਬਾਂ, ਤੇ ਅਣਗਿਣਤ ਹਜ਼ਾਰਾਂ ਅਰਬਾਂ ਇੱਛਾ ਦੀਆਂ ਅੱਗਾਂ ਚਿੱਤ ਦੇ ਇੱਕ ਟਿਕਾਣੇ ਅੰਦਰ ਟਿਕੇ ਹੋਏ ਨੇ। ਆ ਇੱਕ ਸਾਡੇ ਸਰੀਰ ਦੇ ਵਿੱਚ ਨਾ ਹਜ਼ਾਰਾਂ ਅਰਬਾਂ ਇੱਛਾ ਟਿਕੀਆਂ ਹੋਈਆਂ ਨੇ ਅੰਦਰ। ਇੱਛਾ ਤੇ ਇੱਛਾ ਹੋ ਰਹੀ ਆ। ਇੱਛਾ ਹੋ ਰਹੀ ਹੈ ਗੱਡੀ ਵੱਡੀ ਲੈ ਲਾ, ਇੱਛਾ ਹੋ ਰਹੀ ਆ ਵੱਡੀ ਕੋਠੀ ਪਾ ਲਾ, ਇੱਛਾ ਹੋ ਰਹੀ ਆ ਤੇ ਵਧੀਆ ਜ਼ਮੀਨ ਖਰੀਦ ਲਾ, ਇੱਛਾ ਹੋ ਰਹੀ ਹੈ ਵੀ ਵੱਡਾ ਬੰਦਾ ਬਣ ਜਾਵਾਂ, ਇੱਛਾ ਹੋ ਰਹੀ ਹੈ ਹੈਲੀਕਾਪਟਰ ਖਰੀਦ ਲਾ, ਇੱਛਾ ਹੋ ਰਹੀ ਹੈ ਵੀ ਸਾਰੀ ਦੁਨੀਆ ਦੀ ਜ਼ਮੀਨੇ ਖਰੀਦ ਲਾਂ। ਇੱਛਾ ਨੇ ਅੰਦਰ। ਮਹਾਰਾਜ ਜੀ ਕਹਿੰਦੇ ਸਰੀਰ ਦੇ ਅੰਦਰ
ਇੱਛਾ ਦੀਆਂ ਅੱਗਾਂ ਚਿੱਤ ਦੇ ਇੱਕ ਟਿਕਾਣੇ ਅੰਦਰ ਨੇ। ਮਹਾਰਾਜ ਜੀ ਕਹਿੰਦੇ ਚੱਲ ਨਿਬਰੀ ਗੁਰ ਬੂਝ ਬਜਾਈ, ਮਨ ਦੇ ਲੀਆ ਰਸ ਗੁਣ ਗਾਏ। ਗੁਰਾਂ ਦੇ ਦਰਸਾਏ ਹੋਏ ਬ੍ਰਹਮ ਬੋਧ ਦੇ ਪਾਣੀ ਨਾਲ ਉਹ ਬੁੱਝ ਜਾਂਦੀਆਂ ਹਨ। ਗੁਰਾਂ ਦੇ ਦਰਸਾਏ ਹੋਏ ਬ੍ਰਹਮ ਬੋਧ ਦੇ ਪਾਣੀ ਨਾਲ ਉਹ ਬੁੱਝ ਜਾਂਦੀਆਂ ਨੇ। ਭਾਵ ਕਿ ਉਹ ਜਿਹੜੀਆਂ ਇੰਨੀਆਂ ਇੱਛਾ ਨੇ ਨਾ, ਉਹਨਾਂ ਨੂੰ ਗੁਰੂ ਦਾ ਸ਼ਬਦ ਬੁਝਾ ਦਿੰਦਾ। ਆਖੋ ਸਤਨਾਮ, ਸ਼ਾਂਤ ਕਰ ਦਿੰਦਾ। ਜਿਵੇਂ ਅੱਗ ਦੇ ਉੱਪਰ ਪਾਣੀ ਪਾ ਦਈਏ ਨਾ, ਅੱਗ ਸ਼ਾਂਤ ਹੋ ਜਾਂਦੀ ਹੈ, ਠੰਡੀ ਹੋ ਜਾਂਦੀ ਆ। ਇਸੇ ਤਰ੍ਹਾਂ ਜਿਹੜੀਆਂ ਮਨ ਦੇ ਵਿੱਚ ਇੰਨੀਆਂ ਇੱਛਾ ਨੇ, ਜਦੋਂ ਅਸੀਂ ਗੁਰੂ ਦੇ ਸ਼ਬਦ ਨੂੰ ਸੁਣਾਂਗੇ, ਉਹਦਾ ਸਿਮਰਨ ਕਰਾਂਗੇ, ਤਾਂ ਗੁਰਮੁਖ ਪਿਆਰਿਓ ਸਾਰੀਆਂ ਇੱਛਾ ਬੁੱਝ ਜਾਂਦੀਆਂ ਹਨ। ਆਤਮਾ ਆਪਣੀ ਆਤਮਾ ਭੇਟਾ ਕਰਨ ਦੁਆਰਾ ਮੈਂ ਬ੍ਰਹਮ ਗਿਆਨ ਪ੍ਰਾਪਤ ਕੀਤਾ ਹੈ, ਤੇ ਹੁਣ ਮੈਂ ਖੁਸ਼ੀ ਨਾਲ ਸਾਈਂ ਦਾ ਜਸ ਗਾਉਂਦਾ ਹਾਂ। ਹੁਣ ਉਹ ਵਾਹਿਗੁਰੂ ਪਰਮੇਸ਼ਰ ਦਾ ਜਸ ਗਾਉਂਦਾ ਹਾਂ। ਜੈਸਾ ਘਰ ਬਾਹਰ ਸੋ ਤੈਸਾ, ਬੈਸ ਗੁਫਾ ਮੈਂ ਆਖੋ ਕੈਸਾ। ਜਿਸ ਤਰ੍ਹਾਂ ਦਾ ਪ੍ਰਭੂ ਗ੍ਰਹਿ ਵਿੱਚ ਹੈ, ਜਿਸ ਤਰ੍ਹਾਂ ਦਾ ਪ੍ਰਭੂ ਉਹ ਪਰਮੇਸ਼ਰ ਆ ਸਰੀਰ ਦੇ ਵਿੱਚ ਹੈ, ਉਹ ਜਿਹਾ ਹੀ ਉਹ ਬਾਹਰ ਹੈ। ਆ ਜਿਹੜੇ ਕਹਿੰਦੇ ਨੇ ਨਾ ਵੀ ਬਾਹਰ ਦਿਖਾਓ ਜੀ ਕਿੱਥੇ ਆ ਰੱਬ, ਬਾਣੀ ਸੁਣੋ ਤਾਂ ਸੀ, ਕਦੇ ਬਾਣੀ ਦੀ ਕਦੇ ਪੰਗਤੀ ਨਹੀਂ ਪੜ੍ਹੀ, ਪੜ੍ਹਨੀ ਕਿ ਕਦੇ ਬਾਣੀ ਦੇ ਲਵੋਂ ਦੀ ਨਹੀਂ ਲੰਘੇ ਅਸੀਂ, ਸਾਨੂੰ ਗਿਆਨ ਕੀ ਹੋਣਾ। ਮਹਾਰਾਜ ਜੀ ਕਹਿੰਦੇ ਜੈਸਾ ਘਰ ਬਾਹਰ ਸੋ ਤੈਸਾ, ਜੈਸਾ ਘਰ ਬਾਹਰ ਤੈਸਾ। ਜਿਸ ਤਰ੍ਹਾਂ ਦਾ ਉਹ ਪ੍ਰਭੂ ਆ ਸਰੀਰ ਦੇ ਵਿੱਚ ਹੈ, ਉਹੇ ਜਿਹਾ ਹੀ ਉਹ ਵਾਹਿਗੁਰੂ ਪਰਮੇਸ਼ਰ ਭਾਈ ਬਾਹਰ ਵੀ ਹੈ। ਬੈਸ ਗੁਫਾ ਮੈਂ ਆਖੋ ਕੈਸਾ, ਕੰਦਰਾਂ ਵਿੱਚ ਬੈਠ ਕੇ ਮੈਂ ਉਸ ਨੂੰ ਕਿਸ ਤਰ੍ਹਾਂ ਬਿਆਨ ਕਰ ਸਕਦਾ ਹਾਂ। ਜਦੋਂ ਅਸੀਂ ਦੇਖੀ ਨਹੀਂ ਹੈ ਪਰਮੇਸ਼ਰ, ਉਸ ਨੂੰ ਕਿਸ ਤਰ੍ਹਾਂ ਬਿਆਨ ਕਰ ਸਕਦੇ ਹਾਂ। ਮਹਾਰਾਜ ਜੀ ਕਹਿੰਦੇ ਉਸੇ ਤਰ੍ਹਾਂ ਦਾ ਹੀ ਹੈ ਨਿਡਰ ਸੁਆਮੀ, ਸਾਗਰ ਡੂੰਗਰ ਨਿਰਭਉ ਐਸਾ। ਉਸੇ ਤਰ੍ਹਾਂ ਦਾ ਹੀ ਹੈ ਨਿਡਰ ਸੁਆਮੀ, ਸਮੁੰਦਰਾਂ ਅਤੇ ਪਹਾੜਾਂ ਅੰਦਰ। ਜਿਹੜਾ ਸਾਡੇ ਅੰਦਰ ਆ ਨਾ, ਉਹੀ ਜੀ ਪਰਮੇਸ਼ਰ ਬਾਹਰ ਹੈ, ਉਹੀ ਸਮੁੰਦਰਾਂ ਦੇ ਵਿੱਚ ਆ, ਉਹੀ ਪਹਾੜਾਂ ਦੇ ਵਿੱਚ ਹੈ। ਮੂਏ ਕੋ ਕਹੋ ਮਾਰੇ ਕੌਣ, ਨਿਡਰੇ ਕੋ ਕੈਸਾ ਡਰ ਕਬਨ। ਸ਼ਬਦ ਪਛਾਨੇ ਤੀਨੇ ਪਾਉਣ। ਮਹਾਰਾਜ ਜੀ ਕਹਿੰਦੇ ਦੱਸੋ ਉਸ ਨੂੰ ਕੌਣ ਮਾਰ ਸਕਦਾ ਹੈ ਜਿਹੜਾ ਅੱਗੇ ਹੀ ਮਰਿਆ। ਹੁਣ ਜਿਹੜਾ ਬੰਦਾ ਮਰਿਆ ਪਿਆ, ਉਹਨੂੰ ਅੱਗੇ ਉਹਨੂੰ ਹੋਰ ਕੌਣ ਮਾਰ ਸਕਦਾ। ਜਿਹੜਾ ਬੰਦਾ ਪਹਿਲੀ ਮਰਿਆ ਪਿਆ, ਉਹਨੂੰ ਹੋਰ ਕੌਣ ਮਾਰ ਸਕਦਾ। ਮਹਾਰਾਜ ਜੀ ਕਹਿੰਦੇ ਕਿਹੜਾ ਭੈ ਅਤੇ ਕੌਣ ਇਨਸਾਨ ਭੈ ਰਹਿਤ ਨੂੰ ਡਰਾ ਸਕਦਾ। ਜਿਹੜਾ ਭੈ ਰਹਿਤ ਆ ਨਾ, ਜਿਹਨੂੰ ਕੋਈ ਕਿਸੇ ਦਾ ਭੈ ਨਹੀਂ, ਉਹਨੂੰ ਕੌਣ ਡਰਾ ਸਕਦਾ ਹੈ। ਉਹ ਤਿੰਨਾਂ ਹੀ ਜਹਾਨਾਂ ਅੰਦਰ ਸਾਹਿਬ ਨੂੰ ਸਿਆਣਦਾ ਹੈ। ਉਹ ਤਿੰਨਾਂ ਜਹਾਨਾਂ ਅੰਦਰ ਹੀ ਪਰਮੇਸ਼ਰ ਨੂੰ ਸਿਆਣ ਲੈਂਦਾ ਹੈ।
ਜਿਵੇਂ ਨਾਮ ਦੇ ਭਗਤ ਜੀਆਂ ਨੇ 72 ਵਾਰੀ ਭਗਵਾਨ ਦੇ ਪ੍ਰਤੱਖ ਦਰਸ਼ਨ ਕੀਤੇ ਨੇ। ਲਾਈਵ ਚੱਲਦਾ, ਬੜੇ ਸੁਣ ਰਹੇ ਨੇ। ਜਿਹੜੇ ਕਹਿੰਦੇ ਜੀ ਰੱਬ ਦਿਖਾਓ, ਰੱਬ ਕਿੱਥੇ ਆ ਜੀ, ਰੱਬ ਤਾਂ ਅੰਦਰ ਆ, ਅੰਦਰ ਦੀਆਂ ਗੱਲਾਂ ਕਰੀ ਜਾਂਦੇ ਹੋ, ਬਾਹਰ ਦੀਆਂ ਕਿ ਪਿੰਡ ਵਾਲੇ ਕਰਨਗੇ ਆ ਕੇ। ਰੱਬ ਦਿਖਾਓ ਕਿੱਥੇ ਆ, ਬਾਹਰ ਕਿੱਥੇ ਆ। ਤਾਂ ਗੁਰਮੁਖ ਪਿਆਰਿਓ, ਭਗਤ ਕਬੀਰ ਜੀ ਬੈਠੇ ਪ੍ਰਸਾਦਾ ਛਕ ਰਹੇ ਨੇ। ਲੋਈ ਪ੍ਰਸਾਦਾ ਲਾਹੀ ਜਾਂਦੀ ਆ ਤੇ ਭਗਤ ਕਬੀਰ ਜੀ ਗਰਮ ਗਰਮ ਪ੍ਰਸਾਦਾ ਮੱਖਣ ਦੇ ਨਾਲ ਛਕ ਰਹੇ ਨੇ। ਤਾਂ ਗੁਰਮੁਖ ਪਿਆਰਿਓ, ਕੁੱਤਾ ਆਇਆ, ਕੁੱਤੇ ਨੇ ਬੂਹੇ ਦੇ ਵਿੱਚੋਂ ਰੋਟੀਆਂ ਚੱਕ ਕੇ ਭੱਜ ਲਿਆ। ਇਹ ਪਰਖ ਹੁੰਦੀ ਆ, ਇੱਕ ਸਵੱਟੀ ਹੁੰਦੀ ਆ। ਰੱਬ ਪਰਖਦਾ ਆਪਣੇ ਭਗਤਾਂ ਪਿਆਰੇ ਨੂੰ ਲਾ ਲਾ ਕੇ ਕਸਵੱਟੀਆਂ। ਉਹ ਕੋਈ ਪਤਾ ਨਹੀਂ ਕਿਹੜੀ ਪਰਖ ਦੇ ਵਿੱਚ ਆ ਜਾਵੇ, ਘਰੇ ਆ ਜਾਏ ਪਰਮੇਸ਼ਰ। ਕੀ ਪਤਾ ਕੁੱਤੇ ਦੀ ਪਰਖ ਦੇ ਵਿੱਚ ਪਰਮੇਸ਼ਰ ਘਰੇ ਆ ਜਾਏ। ਸਾਡੇ ਵਰਗੇ ਤਾਂ ਜਦੀ ਡਾਂਗ ਮਾਰਦੇ ਅਸੀਂ ਤਾਂ। ਉਹਦਾ ਪਤਾ ਕੋਈ ਨਹੀਂ ਵੀ ਕਿਹੜੀ ਪਰਖ ਦੇ ਵਿੱਚ ਆ ਜਾਏ। ਚੱਕੀਆਂ 2 ਰੋਟੀਆਂ ਕੁੱਤੇ ਨੇ ਤਾਂ ਗੁਰਮੁਖ ਪਿਆਰਿਓ ਭੱਜ ਲਿਆ। ਨਾਮਦੇਵ ਨੇ ਪਰਖ ਲਿਆ। ਇਹ ਪਰਖ ਵਾਲੀ ਅੱਖ ਵੀ ਕਿਸੇ ਬਿਰਲੇ ਕੋਲ ਆਉਂਦੀ ਆ। ਸਾਨੂੰ ਤਾਂ ਪਰਖੇ ਨਹੀਂ ਆਉਂਦੀ ਬੰਦੇ ਦੀ, ਕਹੇ ਜਾ ਕਹੇ ਨਹੀਂ। ਰੱਬ ਨੂੰ ਤਾਂ ਅਸੀਂ ਕੀ ਪਰਖਣਾ, ਅਸੀਂ ਬੰਦੇ ਨੂੰ ਨਹੀਂ ਪਰਖ ਸਕਦੇ। ਅਸੀਂ ਸਾਧੂ ਸੰਤਾਂ ਨੂੰ, ਰੱਬ ਦੇ ਪਿਆਰਿਆਂ ਨੂੰ ਨਹੀਂ ਪਰਖ ਸਕਦੇ, ਰੱਬ ਨੂੰ ਤਾਂ ਕੀ ਪਰਖਣਾ। ਉਹ ਅੱਖੀਂ ਹੋਰ ਨੇ ਜਿਨ੍ਹਾਂ ਨਾਲ ਪਿਆਰਾ ਦਿਸਦਾ। ਤਾਂ ਗੁਰਮੁਖ ਪਿਆਰਿਓ, ਜਦੋਂ ਕੁੱਤੇ ਨੇ ਚੱਕੀਆਂ ਰੋਟੀਆਂ ਭੱਜਿਆ ਜਾਂਦਾ, ਭਗਤ ਕਬੀਰ ਨੇ ਨਾ ਪਤਾ ਕੀ ਕੀਤਾ, ਮੱਖਣ ਦਾ ਕੌਲਾ ਚੱਕ ਲਿਆ। ਮੱਖਣ ਦਾ ਕੌਲਾ ਚੱਕ ਕੇ ਪਿੱਛੇ ਪਿੱਛੇ ਭੱਜਿਆ ਜਾਂਦਾ, ਆਵਾਜ਼ਾਂ ਮਾਰਦਾ, ਭਗਵਾਨ ਜੀ ਰੁਕ ਜਾਓ, ਰੁੱਖੀ ਨਾ ਖਾਇਓ, ਭਗਵਾਨ ਜੀ ਰੁਕ ਜਾਓ, ਰੁੱਖੀ ਨਾ ਖਾਇਓ। ਤਾਂ ਭੱਜਿਆ ਜਾਂਦਾ, ਅੱਗੇ ਕੁੱਤੇ ਰੋਟੀਆਂ ਲਈ ਜਾਂਦਾ ਤੇ ਪਿੱਛੇ ਮੱਖਣ ਦਾ ਕੌਲਾ ਲਈ ਜਾਂਦੇ ਨੇ। ਆਖਰਕਾਰ ਕੁੱਤਾ ਰੁਕਿਆ। ਕੁੱਤੇ ਦੇ ਵਿੱਚੋਂ ਭਗਵਾਨ ਪਰਮੇਸ਼ਰ ਪ੍ਰਗਟ ਹੋ ਗਿਆ। ਆਖੋ ਸਤਨਾਮ। ਉਹ ਨਾਮਿਆ, ਕਹਿੰਦੇ ਮੈਨੂੰ ਹੁਣ ਤੂੰ ਕੁੱਤੇ ਵਿੱਚ ਵੀ ਪਰਖ ਲਿਆ, ਕੁੱਤੇ ਵਿੱਚ ਵੀ ਤੂੰ ਹੁਣ ਦੇਖਣ ਲੱਗ ਗਿਆ। ਭਗਤ ਕਬੀਰ ਜੀ ਨੂੰ ਕਹਿੰਦੇ ਹੁਣ ਮੈਨੂੰ ਕੁੱਤੇ ਦੇ ਵਿੱਚ ਵੀ ਤੂੰ ਦੇਖ ਲਿਆ। ਤਾਂ ਕੀ ਕਹਿੰਦੇ, ਪਤਾ ਕੀ ਕਹਿੰਦੇ, ਤੇਰੀ ਚਾਲ ਕੁਕਰਾਂ ਵਾਲੀ, ਤੂੰ ਦਿਸਦਾ ਅੰਤਰ ਜਾਮੀ ਐ। ਉਹ ਤੇਰੀ ਚਾਲ ਕੁਕਰਾਂ ਵਾਲੀ, ਤੂੰ ਦਿਸਦਾ ਅੰਤਰ ਜਾਮੀ ਆ। ਤੇਰੀ ਚਾਲ ਹੈ ਨਾ ਜਿਹੜੀ, ਇਹ ਕੁਕਰਾਂ ਵਾਲੀ ਆ, ਪਰ ਤੂੰ ਹੈ ਅੰਤਰਜਾਮੀ ਆ। ਤਾਂ ਗੁਰਮੁਖ ਪਿਆਰਿਓ, ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਦੱਸਿਆ। ਭਗਤ ਕਬੀਰ ਜੀ ਨੂੰ 72 ਵਾਰੀ ਪ੍ਰਤੱਖ ਦਰਸ਼ਨ ਹੋਏ ਨੇ ਪਰਮੇਸ਼ਰ ਦੇ। ਕਹਿੰਦੇ ਰੱਬ ਦਿਖਾਓ, ਦੇਖੋ ਭਾਈ ਆ ਕੇ ਦੇਖੋ। ਤੁਸੀਂ ਗੁਰਬਾਣੀ ਪੜ੍ਹੋ ਤਾਂ ਸੀ, ਕਦੇ ਗੁਰਬਾਣੀ ਦਾ ਸ਼ਬਦ ਸੁਣਿਆ ਨਹੀਂ ਕਦੇ। ਮਹਾਰਾਜ ਜੀ ਕਹਿੰਦੇ ਮਿਲੇ ਪ੍ਰਤੱਖ ਗੁਸਈਆਂ, ਧੰਨਾ ਵੱਡ ਭਾਗਾ। ਕਹਿੰਦੇ ਧੰਨਾ ਬੜੇ ਭਾਗਾਂ ਵਾਲਾ ਹੈ ਜਿਹਨੂੰ ਪ੍ਰਤੱਖ ਪਰਮੇਸ਼ਰ ਮਿਲੇ। ਆਖੋ ਸਤਨਾਮ। ਇਸ ਕਰਕੇ ਉਹ ਅੰਦਰ ਵੀ ਹੈ, ਉਹ ਬਾਹਰ ਵੀ ਹੈ, ਉਹ ਨਿਰਗੁਣ ਵੀ ਹੈ ਤੇ ਉਹ ਸਰਗੁਣ ਵੀ ਹੈ। ਇਸ ਕਰਕੇ ਭਾਈ ਉਹ ਵਾਹਿਗੁਰੂ ਪਰਮੇਸ਼ਰ ਸਦਾ ਹੀ ਹਾਜ਼ਰ ਨਾਜ਼ਰਾ। ਉਹ ਸਾਡੇ ਅੰਦਰ ਵੀ ਆ ਤੇ ਬਾਹਰ ਵੀ ਆ। ਸਾਡੀ ਅੰਦਰ ਵੀ ਰੱਖਿਆ ਕਰ ਰਿਹਾ ਤੇ ਸਾਡੀ ਬਾਹਰ ਵੀ ਉਹ ਰੱਖਿਆ ਕਰਦਾ ਹੈ। ਤਾਂ ਗੁਰਮੁਖ ਪਿਆਰਿਓ, ਉਹ ਵਾਹਿਗੁਰੂ ਪਰਮੇਸ਼ਰ ਜੋ ਕੇਵਲ ਆਖਦਾ ਹੀ ਹੈ। ਮਹਾਰਾਜ ਜੀ ਕਹਿੰਦੇ ਉਹ ਨਿਰਾਪੁਰਾ ਆਖਣ ਹੀ ਬਿਆਨ ਕਰਦਾ ਹੈ। ਜੋ ਦਰਅਸਲ ਸਮਝਦਾ ਹੈ ਉਹ ਸਾਈਂ ਨੂੰ ਅਨੁਭਵ ਕਰ ਲੈਂਦਾ ਹੈ। ਅਸਲੀਅਤ ਨੂੰ ਵੇਖਣ ਅਤੇ ਸੋਚਣ ਦੁਆਰਾ ਮੇਰੀ ਆਤਮਾ ਰੱਬ ਨਾਲ ਹਿਲ ਗਈ ਆ।
परमेश्वर दे नाल हिल गई आ। ਆਪਾਂ ਕਹਿੰਦੇ ਯਾਰ ਬੰਦਾ ਹੁਣ ਰੋਜ਼ੇ ਘਰੇ ਆਉਣ ਲੱਗ ਗਏ, ਹਿਲੇ ਗਿਆ। ਆ ਜਿਹੜੇ ਹੁਣ ਆਪਾਂ ਗੁਰੂ ਦੇ ਘਰ ਆਉਂਦੇ ਨਾ, ਆਪਾਂ ਵੀ ਰੋਜ਼ ਹਿਲੇ ਹੀ ਹੋਏ ਆ। ਇਹ ਆਪਾਂ ਆਦਤ ਪੈ ਗਈ ਆਪਾਂ ਨੂੰ ਗੁਰੂ ਘਰ ਦੇ ਨਾਲ ਗੁਰੂ ਦੇ ਦਰਸ਼ਨ ਕਰਨ ਦੇ। ਮੇਰੀ ਆਤਮਾ ਜਿਹੜੀ ਆਪਣੀ ਆਤਮਾ ਨਾ, ਇਹ ਪਰਮੇਸ਼ਰ ਦੇ ਨਾਲ ਹਿਲ ਗਈ ਆ, ਭਾਵ ਕਿ ਮਿਲ ਗਈ ਆ। ਜਿੰਨਾ ਚਿਰ ਪਰਮੇਸ਼ਰ ਦੇ ਚਰਨਾਂ 'ਚ ਬੈਠੀ ਨੇ ਨਾ, ਸ਼ਬਦ ਨਾ ਸੁਣੀਏ, ਉਨਾ ਚਿਰ ਚੈਨ ਨਹੀਂ ਆਉਂਦੀ, ਆਨੰਦ ਨਹੀਂ ਆਉਂਦਾ। ਜਿਹੜਾ ਨਿੱਤ ਹਾਜ਼ਰੀ ਭਰਨ ਵਾਲਾ ਨਾ, ਰੋਜ਼ ਆਉਣ ਵਾਲਾ, ਇੱਕ ਦਿਨ ਗੁਰਦੁਆਰਾ ਸਾਹਿਬ ਨਾ ਆਵੇ, ਉਹਨੂੰ ਆਏ ਹੋ ਜੀ ਪਤਾ ਨਹੀਂ ਕੀ ਅੱਜ ਹੋ ਗਿਆ, ਕੀ ਖੋ ਗਿਆ, ਸਰੀਰ ਭਾਰਾ ਭਾਰੇ ਲੱਗੂ। ਜਿਨ੍ਹਾਂ ਨੇ ਆਉਣਾ ਨਹੀਂ ਕਦੇ, ਉਹਨਾਂ ਦੀ ਨਹੀਂ ਮੈਂ ਗੱਲ ਕਰਦਾ, ਆਉਣ ਵਾਲਿਆਂ ਦੀ ਗੱਲ ਕਰਦਾ, ਜਿਹੜੇ ਨਿਤਨੇਮ ਰੋਜ਼ ਗੁਰੂ ਦੇ ਚਰਨਾਂ 'ਚ ਆਉਂਦੇ ਨੇ। ਤਾਂ ਗੁਰਮੁਖ ਪਿਆਰਿਓ, ਮਹਾਰਾਜ ਜੀ ਫਰਮਾਨ ਕਰਦੇ ਨੇ, ਆਓ ਅਗਲੇ ਲਾਸਟ ਪੰਗਤੀਆਂ ਪੜ੍ਹੀਏ, ਫਿਰ ਕਰ ਦਈਏ ਸਮਾਪਤੀ। ਕੀਰਤ ਸੁਰਤ ਮੁਕਤ ਇਕ ਨਾਈ, ਤਹਿ ਨਿਰੰਜਨ ਰਹਿਆ ਸਮਾਈ। ਨਿਜ ਘਰ ਵਿਆਪ ਰਿਹਾ ਨਿਜ ਠਾਈ। ਮਹਾਰਾਜ ਜੀ ਕਹਿੰਦੇ ਨੇਕੀ ਨਾਮੀ, ਸੁੰਦਰਤਾ ਤੇ ਮੁਕਤੀ ਇੱਕ ਨਾਮ ਵਿੱਚ ਹਨ। ਜੇ ਤੁਸੀਂ ਨਾਮ ਜਪਦੇ ਹੋ ਨਾ, ਬੰਦਗੀ ਕਰਦੇ ਹੋ, ਤਾਂ ਤੁਸੀਂ ਨੇਕ ਹੋ, ਨੇਕ ਕੰਮ ਕਰਦੇ ਹੋ, ਨੇਕ ਹੋ। ਜੇ ਤੁਸੀਂ ਨਾਮ ਦਾ ਸਿਮਰਨ ਕਰ ਰਹੇ ਹੋ ਤਾਂ ਤੁਸੀਂ ਸੁੰਦਰ ਹੋ। ਜੇ ਤੁਸੀਂ ਨਾਮ ਦਾ ਸਿਮਰਨ ਕਰ ਰਹੇ ਹੋ ਤਾਂ ਗੁਰਮੁਖ ਪਿਆਰਿਓ, ਮੁਕਤੀ ਪ੍ਰਾਪਤ ਹੋ ਜਾਣੀ ਆ। ਮੁਕਤੀ ਨਾਮ ਦੇ ਵਿੱਚ ਹੈ। ਉਸ ਨਾਮ ਅੰਦਰ ਹੀ ਪਵਿੱਤਰ ਪੁਰਖ ਲੀਨ ਰਹਿੰਦਾ ਹੈ। ਜਿਹੜੇ ਨਾਮ ਜਪਣ ਵਾਲੇ ਨੇ ਨਾ, ਬੰਦਗੀ ਕਰਨ ਵਾਲੇ ਨੇ, ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਲੀਨ ਰਹਿੰਦੇ ਨੇ, ਸਦਾ ਹੀ ਲੀਨ ਰਹਿੰਦੇ ਨੇ। ਉਹ ਇਹ ਨਹੀਂ ਵੀ ਹੁਣ ਚੌਂਕੜਾ ਮਾਰ ਕੇ ਬੈਠੇ ਨੇ, ਉਹ ਤੁਰਦੇ ਫਿਰਦੇ ਵੀ ਪਰਮੇਸ਼ਰ 'ਚ ਲੀਨ ਰਹਿੰਦੇ ਨੇ। ਉਹ ਬੰਦਗੀ ਕਰਦੇ ਆ, ਉਦੋਂ ਵੀ ਪਰਮੇਸ਼ਰ 'ਚ ਲੀਨ ਰਹਿੰਦੇ ਨੇ। ਉਹ ਸਦਾ ਹੀ ਪਰਮੇਸ਼ਰ ਦੇ ਵਿੱਚ ਭਾਈ ਲੀਨ ਰਹਿੰਦੇ ਨੇ। ਹੁਣ ਅਸੀਂ ਕਹਿੰਦੇ ਜੀ ਸਾਡਾ ਮਨ ਨਹੀਂ ਟਿਕਦਾ, ਕਹਿਣਗੇ ਜੀ ਮਨ ਨਹੀਂ ਟਿਕਦਾ। ਭਾਈ ਗੁਰਬਾਣੀ ਪੜ੍ਹਿਆ ਕਰੋ। ਹਾਂਜੀ ਪਾਠ ਕਰਦੇ ਆ, ਫਿਰ ਵੀ ਮਨ ਨਹੀਂ ਟਿਕਦਾ। ਤਾਂ ਗੁਰਮੁਖ ਪਿਆਰੇ 24 ਘੰਟੇ ਲੰਘਦੇ ਨੇ, 24 ਘੰਟਿਆਂ ਵਿੱਚੋਂ 10 ਮਿੰਟ ਪਾਠ ਕਰਨ ਨਾਲ ਮਨ ਨਹੀਂ ਟਿਕਦਾ ਹੈ, ਨਹੀਂ ਟਿਕਣਾ ਵੀ ਨਹੀਂ ਹੈ। ਹੁਣ ਜਿਹੜੇ 24 ਘੰਟਿਆਂ ਦੇ ਵਿੱਚ ਖਿਆਲ ਨੇ, ਜਦੋਂ ਗੁਟਕਾ ਸਾਹਿਬ ਚੱਕ ਕੇ ਬਹਿਨੇ ਆ ਨਾ, ਉਹੀ 24 ਘੰਟੇ ਵਾਲੇ ਖਿਆਲ ਸਾਡੇ ਦਿਮਾਗ ਦੇ ਵਿੱਚ ਘੁੰਮੀ ਜਾਂਦੇ ਨੇ। ਆਖੋ ਸਤਨਾਮ। ਨਾ ਨਾਮ ਦੇ ਨਾਲ ਤਾਂ ਸੁਰਤ ਜੁੜਦੀ ਓ ਨਹੀਂ, ਬਾਣੀ ਨਾਲ ਤਾਂ ਸੁਰਤ ਜੁੜਦੀ ਓ ਨਹੀਂ। ਬਸ ਉਹ ਜਿਹੜੇ ਅੰਦਰ ਦਿਮਾਗ 'ਚ 24 ਘੰਟੇ ਵਾਲੇ ਖਿਆਲ ਨੇ, ਉਹ ਘੁੰਮੀ ਜਾਂਦੇ ਨੇ। ਫਿਰ ਕਹਿੰਦੇ ਸਾਡਾ ਮਨ ਨਹੀਂ ਜੁੜਦਾ। ਮਨ ਜੁੜੂਗਾ, ਲਾ 2 ਘੰਟੇ ਰੋਜ਼ ਕਰ 5 ਬਾਣੀਆਂ ਦਾ ਨਿਤਨੇਮ, ਕਰ ਸ੍ਰੀ ਸੁਖਮਨੀ ਸਾਹਿਬ ਦਾ ਨਿਤਨੇਮ ਕਰਿਆ ਕਰ, ਸਿਮਰਨ 2.5 ਘੰਟੇ ਬੈਠ ਕੇ, ਫਿਰ ਦੱਸੀ ਮਨ ਜੁੜਦਾ ਕਿ ਨਹੀਂ ਜੁੜਦਾ। 24 ਘੰਟੇ ਮਾੜੇ ਖਿਆਲਾਂ 'ਚ, 10 ਮਿੰਟ ਚੰਗੇ ਪਾਸੇ। ਇਸੇ ਕਰਕੇ ਗੱਲ ਨਹੀਂ ਬਣਦੀ। ਜ਼ਿਆਦਾ ਸਮਾਂ ਅਸੀਂ ਉੱਧਰ ਬਤੀਤ ਕਰਦੇ ਹਾਂ ਅਤੇ ਚੰਗੇ ਪਾਸੇ 10 ਮਿੰਟ। ਉਹ ਵੀ ਇਹ ਨਹੀਂ ਪਤਾ ਵੀ ਅੱਧ ਵਿਚਾਲਾ ਜਿਹਾ ਛੱਡ ਕੇ 5 ਪੌੜੀਆਂ ਛੱਡ ਪਰੇ ਕਿਹੜਾ ਪੜੂ ਜਪਜੀ ਸਾਹਿਬ, ਲੰਮਾ ਹੀ ਬੜਾ ਹੈ, ਉਹ ਵੀ ਛੱਡ ਦੇਵਾਂਗੇ। ਤਾਂ ਗੁਰਮੁਖ ਪਿਆਰੇ, ਜੇ ਜਪਜੀ ਸਾਹਿਬ ਦਾ ਪਾਠ ਕਰੀਏ ਨਾ ਟਿਕਾਈ ਦੇ ਨਾਲ, ਤਾਂ ਅੱਧਾ ਘੰਟਾ ਘੱਟੋ ਘੱਟ ਲੱਗਦਾ। ਜੇ ਜਪਜੀ ਸਾਹਿਬ ਦਾ ਪਾਠ ਕਰੀਏ ਤਾਂ ਅੱਧਾ ਘੰਟਾ ਲੱਗਦਾ। ਜੇ ਜਾਪ ਸਾਹਿਬ ਦਾ ਪਾਠ ਕਰੀਏ ਤਾਂ ਅੱਧਾ ਘੰਟਾ ਲੱਗਦਾ। ਆਨੰਦ ਸਾਹਿਬ ਜੀ ਦਾ ਪਾਠ ਕਰੀਏ ਤਾਂ 20 ਮਿੰਟ ਲੱਗ ਜਾਂਦੇ ਨੇ। ਚੌਪਈ ਸਾਹਿਬ ਦਾ ਅਤੇ ਸ਼ਬਦ ਆਪਣਾ ਤਾਪ ਪ੍ਰਸਾਦ ਸਵਈਆਂ ਦਾ ਪਾਠ ਕਰੀਏ, ਉਹਨਾਂ ਨੂੰ ਵੀ 10 ਮਿੰਟ ਲੱਗ ਜਾਂਦੇ। 1.5 ਘੰਟਾ ਲੱਗਦਾ ਪੂਰਾ ਨਿਤਨੇਮ ਕਰਨ ਨੂੰ।
ਅਸੀਂ ਚੱਕ ਕੇ ਗੁਟਕਾ ਸਾਹਿਬ ਕਰਕੇ ਅੱਧਾ ਘੰਟਾ ਵਿੱਚ ਲਾਓ ਜੀ 5 ਬਾਣੀਆਂ ਦਾ ਨਿਤਨੇਮ ਹੋ ਗਿਆ। ਇੱਕ ਅੱਖਰ ਨਹੀਂ ਸਾਨੂੰ ਸਮਝ ਆਇਆ, ਇੱਕ ਵੀ ਸਾਡੇ ਦਿਮਾਗ ਦੇ ਵਿੱਚ ਨਹੀਂ ਬੜੀ ਗੱਲ ਗੁਰੂ ਕੀ ਕਹਿੰਦਾ। ਮਹਾਂਪੁਰਸ਼ ਦੱਸਦੇ ਹੁੰਦੇ ਸੀ ਸਾਨੂੰ, ਕਹਿੰਦੇ ਜਦੋਂ ਬਾਣੀ ਪੜ੍ਹੀਏ ਨਾ, ਬਾਣੀ ਦੇ ਵਿੱਚ ਪੜ੍ਹਦੇ ਪੜ੍ਹਦੇ ਵਿੱਚ ਅਭੇਦ ਹੋ ਜਾਈਏ, ਆਖੋ ਸਤਨਾਮ। ਸਮਝ ਨਾ ਪਤਾ ਲੱਗੇ ਵੀ ਕਿੰਨਾ ਹੋ ਗਿਆ। ਪਰ ਜਿਹੜਾ ਆ ਬੰਨਿਆ ਹੋਇਆ ਟਾਈਮ ਹੁੰਦਾ ਨਾ, ਇਹਦੇ ਵਿੱਚ ਅਭੇਦ ਨਹੀਂ ਹੋਇਆ ਜਾਂਦਾ। ਜੇ ਮੰਨ ਲਓ ਹੁਣ ਆਪਾਂ ਨਿਤਨੇਮ ਕਰਦੇ ਹਾਂ ਨਾ, ਇਹ ਤਾਂ ਹੁਣ ਆਪਾਂ ਨੂੰ ਪਤਾ ਵੀ 1.5 ਘੰਟਾ ਹੋਣਾ, ਫਟਾਫਟ ਫਿਰ ਰਫਤਾਰ ਜੀ ਬਣੀ ਰਹਿੰਦੀ ਆ। ਜਿਹਨੂੰ ਆਪਾਂ ਸਹਿਜ ਪਾਠ ਕਹਿੰਦੇ ਆ, ਸਹਿਜ ਦੇ ਨਾਲ ਵੀ ਹੌਲੀ ਹੌਲੀ ਜਦੋਂ ਅਸੀਂ ਸਹਿਜ ਪਾਠ ਕਰਦੇ ਹਾਂ ਨਾ, ਉਹਨੂੰ ਬੜੇ ਸਹਿਜ ਦੇ ਨਾਲ ਪੜ੍ਹਾਂਗੇ, ਵਿਚਾਰਾਂਗੇ ਨਾਲ ਨਾਲ, ਫਿਰ ਉਹ ਬਾਣੀ ਦੇ ਵਿੱਚ ਅਭੇਦ ਹੋ ਜਾਂਦਾ, ਆਖੋ ਸਤਨਾਮ। ਜਾਂ ਆਪਾਂ ਆਪਣੇ ਕਮਰੇ ਦੇ ਵਿੱਚ ਬੈਠ ਕੇ ਪਾਠ ਕਰਦੇ ਆ, ਇੰਨਾ ਬਾਣੀ ਪਿਆਰ ਦੇ ਨਾਲ ਪੜ੍ਹੀਏ, ਇੰਨਾ ਗੁਰਬਾਣੀ ਨੂੰ ਪ੍ਰੇਮ ਅਤੇ ਸਤਿਕਾਰ ਦੇ ਨਾਲ ਪੜ੍ਹੀਏ, ਹਾਜ਼ਰ ਨਾਜ਼ਰ ਸਮਝ ਕੇ ਬੰਦਾ ਗੁਰਬਾਣੀ ਦੇ ਵਿੱਚ ਹੀ ਅਭੇਦ ਹੋ ਜਾਂਦਾ, ਆਖੋ ਸਤਨਾਮ। ਜਦੋਂ ਗੁਰਸਿੱਖ ਬਾਣੀ ਪੜ੍ਹਦਾ ਨਾ, ਫਿਰ ਉਹ ਗੁਰਬਾਣੀ ਦੇ ਵਿੱਚ ਅਭੇਦ ਹੋ ਜਾਂਦਾ, ਫਿਰ ਨਹੀਂ ਕੋਈ ਸਮੇਂ ਸਮੇਂ ਦਾ ਪਤਾ ਲੱਗਦਾ ਹੈ। ਆ ਜਿਹੜੇ ਕਹਿੰਦੇ ਨੇ ਵੀ ਇੰਨਾ ਟਾਈਮ ਬਾਬਾ ਕਿਵੇਂ ਲਾ ਦਿੰਦਾ, ਇਹ ਵਾਹਿਗੁਰੂ ਦੀ ਕਿਰਪਾ ਭਾਈ। ਤੁਸੀਂ ਦਿਖਾਓ ਮੈਨੂੰ ਬੈਠ ਕੇ, ਅੱਧਾ ਘੰਟਾ ਤਾਂ ਬੜਾ ਔਖਾ ਗੱਲ, ਅੱਧਾ ਘੰਟਾ ਤਾਂ ਮੈਂ ਕਹਿਤਾ, ਮਿੰਟ 15 ਨਹੀਂ ਬੈਠ ਸਕਦੇ, ਆਖੋ ਸਤਨਾਮ। ਕਦੇ ਗੋਡਾ ਇੱਧਰ ਨੂੰ ਖੜਾ, ਕਦੇ ਇੱਧਰ ਨੂੰ ਖੜਾ, ਕਦੇ ਕਿਵੇਂ ਕਦੇ ਕਿਵੇਂ। ਮੈਂ ਕਹਿੰਦਾ 20 ਵੱਟ ਖਾਵਾਂਗੇ ਬੈਠੇ ਬੈਠੇ। ਇਹ ਜਦੋਂ ਕਰਾਉਂਦਾ ਨਾ, ਕਰਾਉਂਦਾ ਗੁਰੂ ਆ, ਉਹ ਵਾਹਿਗੁਰੂ ਪਰਮੇਸ਼ਰ ਹੀ ਆਪ ਕਰਾਉਂਦਾ। ਭਗਤੀ ਜੀ ਤੋਂ ਕਰਾਉਂਦਾ ਨਾ, ਜੀ ਤੋਂ ਸੇਵਾ ਸਿਮਰਨ ਕਰਾਉਂਦਾ, ਉਹਦੀ ਨਦਰ ਹੁੰਦੀ ਆ, ਉਹਦੀ ਕਿਰਪਾ ਹੁੰਦੀ ਆ, ਮਿਹਰ ਹੁੰਦੀ ਆ। ਜਦੋਂ ਉਹਦੀ ਮਿਹਰ ਹੋ ਗਈ ਨਾ, ਫਿਰ ਨਹੀਂ ਸਮੇਂ ਦਾ ਪਤਾ ਲੱਗਦਾ। ਤਾਂ ਗੁਰਮੁਖ ਪਿਆਰਿਓ, ਚਲੋ ਹੁਣ ਦੱਸਣਾ ਤਾਂ ਨਹੀਂ ਚਾਹੁੰਦਾ ਸੀ, ਨੌਲੇਜ ਲਈ ਦੱਸ ਦਿੰਦੇ ਹਾਂ। ਜਦੋਂ ਮੈਂ ਲਲੌਡੇ ਰਹਿੰਦਾ ਸੀ ਘਰ ਦੇ ਵਿੱਚ ਨਾ, 22 ਘੰਟੇ ਲਗਾਤਾਰ, 22 ਘੰਟੇ, ਇਹ ਨਹੀਂ ਵੀ ਇੱਕ ਦਿਨ ਜਾਂ 2 ਦਿਨ ਨਹੀਂ, 2.5 ਸਾਲ ਲਗਾਤਾਰ ਭੋਰਾ ਸਾਹਿਬ ਦੇ ਵਿੱਚ ਰਹਿ ਕੇ ਨਾ 22 ਘੰਟੇ ਲਗਾਤਾਰ ਸਤਿਗੁਰੂ ਮਹਾਰਾਜ ਜੀ ਆਪਣਾ ਨਾਮ ਜਪਾਉਂਦੇ ਸੀ। 22 ਘੰਟੇ। ਸਰੀਰ ਕਿਹੋ ਜਿਹਾ ਹੋ ਗਿਆ ਸੀ ਨਾ ਪਤਾ, ਹੱਡਾਂ ਦੀ ਮੁੱਠੀ ਰਹਿ ਗਿਆ ਸੀ। ਦੇਖਣ ਵਾਲੇ ਜਿਹੜੇ ਮੈਨੂੰ ਦੇਖੇ ਸੀ ਨਾ, ਜਿਨ੍ਹਾਂ ਨੇ ਪਹਿਲਾਂ, ਉਹ ਇਹ ਕਹਿੰਦੇ ਸੀ ਵੀ ਇਹ ਕੌਣ ਆ, ਵੀ ਇਹ ਨਹੀਂ ਭਾਈ ਹੁਣ ਬਚਦਾ, ਬਸ ਇਹ ਹੁਣ ਅੰਤਮ ਸਵਾਸਾਂ 'ਤੇ ਆ। ਇੰਨਾ ਸਰੀਰ ਉਹ ਹੋ ਗਿਆ ਸੀ। ਕਿਉਂਕਿ ਗੁਰਮੁਖ ਪਿਆਰਿਓ, ਜਿੰਨਾ ਚਿਰ ਸਾਬਣ ਆ ਨਾ, ਜਿਹੜੀ ਸਾਬਣ ਪ੍ਰਮਾਣ ਦਿੰਦੇ ਆ, ਜਿਹੜੀ ਸਾਬਣ ਆ, ਜੇ ਉਹ ਸਾਬਣ ਕੱਪੜੇ 'ਤੇ ਨਾ ਘਸੇ ਨਾ, ਬੀਬੀਆਂ ਭਗਾ ਕੇ ਮਾਰਦੀਆਂ ਨੇ ਪਰੇ ਵੀ ਇਹ ਤੋਂ ਕੀ ਕਰਾਉਣਾ, ਇਹ ਸਾਬਣ ਆ। 4 ਕੱਢਣਗੀਆਂ ਗਾਲਾਂ ਘਰ ਵਾਲੇ ਨੂੰ ਵੀ, ਇਹ ਕਿੱਥੋਂ ਲਿਆਂਦੀ ਹੈ ਸਾਬਣ ਇਹ ਜੀ, ਇਹ ਬੇਕਾਰ ਸਾਬਣ। ਜਿਹੜੀ ਸਾਬਣ ਘਸੂ ਨਹੀਂ ਨਾ ਕੱਪੜੇ ਦੇ ਉੱਤੇ, ਉਹ ਕੱਪੜੇ ਨੂੰ ਨਖੇਰੂ ਨਹੀਂ। ਜਿਹੜੀ ਸਾਬਣ ਘਸੂਗੀ ਨਾ, ਉਹ ਕੱਪੜੇ ਨੂੰ ਨਖੇਰੂਗੀ ਤੇ ਕੱਪੜਾ ਚਮਕੂਗਾ, ਆਖੋ ਸਤਨਾਮ। ਇਸ ਕਰਕੇ ਜਦੋਂ ਅਸੀਂ ਬੰਦਗੀ ਕਰਾਂਗੇ, ਭਜਨ ਕਰਾਂਗੇ, ਸੇਵਾ ਕਰਾਂਗੇ, ਸਿਮਰਨ ਕਰਾਂਗੇ, ਤਾਂ ਗੁਰਮੁਖ ਪਿਆਰਿਓ ਅਸੀਂ ਵੀ ਫਿਰ ਉਸ ਕੱਪੜੇ ਵਾਂਗੂ ਚਮਕਾਂਗੇ, ਆਖੋ ਸਤਨਾਮ। ਮਹਾਰਾਜ ਜੀ ਕਹਿੰਦੇ ਉਹੀ ਸੋਹਣੇ ਨੇ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ, ਉਹੀ ਚੰਗੇ ਨੇ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ। ਉਹੀ ਗੁਰਮੁਖ ਪਿਆਰਿਓ ਵਾਹਿਗੁਰੂ ਪਰਮੇਸ਼ਰ ਵਿੱਚ ਅਭੇਦ ਹੋਏ ਹੋਏ ਨੇ, ਜਿਹੜੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਨੇ। ਮਹਾਰਾਜ ਜੀ ਕਹਿੰਦੇ ਉਸ ਨਾਮ ਅੰਦਰ ਹੀ ਪਵਿੱਤਰ ਪੁਰਖ ਲੀਨ ਰਹਿੰਦਾ। ਉਹ ਜਿਹੜੇ ਰੱਬ ਦੇ ਪਵਿੱਤਰ ਪਿਆਰੇ ਨੇ, ਉਹ ਨਾਮ ਦੇ ਵਿੱਚ ਹੀ ਲੀਨ ਰਹਿੰਦੇ ਨੇ। ਸਾਹਿਬ ਆਪਣੇ ਨਿਜ ਦੇ ਧਾਮ ਅਤੇ ਆਪਣੇ ਨਿਜ ਦੇ ਸਥਾਨ ਨਾਮ ਅੰਦਰ ਨਿਵਾਸ ਰੱਖਦਾ ਹੈ। ਉਸਤਤ ਕਰਹਿ ਕੀਤੇ ਮੁਨ ਪ੍ਰੀਤਾ, ਤਨ ਮਨ ਸੁਚੈ ਸਾਚ ਸੋਚੀਤਾ। ਨਾਨਕ ਹਰ ਭਜ ਨੀਤਾ ਨੀਤਾ, ਉਸਤਤ ਕਰਹਿ ਕੀਤੇ ਮਨ ਪ੍ਰੀਤਾ। ਤਨ ਮਨ ਸੁਚੈ ਸਾਚ ਸੋਚੀਤਾ।
नानक हर भज नीता नीता। प्रशंसा करते हैं उस दी कई मनीसर प्यार अंदर उदी परमेश्वर दी ना उदी प्रशंसा करते हैं। महाराज जी कहते उस सच्चे नाम नू हिरदे अंदर टिकाउण द्वारा उन्हां दी देह भाव के शरीर ते आत्मा पवित्र हो जाते हैं। नानक तू हर रोज, नानक इत्थे विश्राम लगूगा। नानक भाव के सतगुरु जी कहते ने तू हर रोज ही साहिब का सिमरन कर। की करते असीं सिमरन परमेश्वर का हर रोज? काम हर रोज करते हैं, रोटियां हर रोज लाउने खाने, सब्जियां बनाने, रोज झाड़ू मारते हैं, रोज सौने, रोज सौने कि रोज सिमरन करते हैं। बिरलियां रूहां होणगियां जिहड़ियां भाई वाहिगुरू परमेश्वर का सिमरन करनगे। जिहड़े सिमरन करनगे वो सुखी होणगे, जिहड़े सिमरन करनगे वो चढ़दी कला विच होणगे, जिहड़े सिमरन करनगे वो दुखां तो छुटकारा पा लैणगे। आखो सतनाम। करोना वायरस चल रहा ना, मैं कल भी दस्सिया सी भी जिहड़ा एक दूजे नूं देखदा जां मिलदा जां हस के जे गल करदा, हस के जे गल करदा, करोना वायरस इनू याद करके ये दस रहे ने। कहते 12-13 बंदे अपने पंजाब च भी आ गए। 12-13 बंदे करोना वायरस वाले पंजाब दे विच आ गए। 4-5 तो फड़ ले ने, बाकी हजे भज्जे ने, उन्होंने पिछे पुलिस लगी हुई आ। बचो बचाओ करो, ये बहुत भैड़ी बीमारी आ। इस करके इहदी कोई हल भी नहीं लभ्या। बड़े बड़े साइंसदान, बड़े बड़े साइंसदान तां गुरमुख प्यारिओ उन्हां तो भी हल नहीं लभ्या। उन्होंने भी हथ खड़े कर दिते भी हुण परमेश्वर ही कर सकदा। सब ते वड्डा सतगुर नानक जिन कल राखी मेरी। वो वाहिगुरू का सिमरन करया करो भाई, वो परमेश्वर का भजन करया करो। उस ने साडी रखिया करनी आ, उस ने साडे ते मेहर करनी आ। आओ इन्नी क विचारां करियो प्रवान, बाकी विचारां करांगे कल नूं। गुरबाणी पढ़दे सुणदे कोलों एक नहीं निका ही प्रकार दी गलतियां भुल्लां चुक्कां हो जांदियां ने। संगतां सतगुरु जी बख्शनहार हन। अगों वात ते सिर ते मेरा पर हत्थ रख के शुद्ध स्पष्ट गुरबाणी पढ़न दी, सेवा करन दी, कथा कीर्तन करन दी सोझी आ जाए। लोक सुखीए परलोक सहेले, नानक हर प्रभ आपे मेले। जो अज देख दियां सेवावां हाजिर हन। सरदार धर्म सिंह जी सन ऑफ सरदार गुरबख्श सिंह जी इन्हां परिवार वालों देखदी सेवा। सरदार गुरमीत सिंह जी इन्हां परिवार वालों देखदी सेवा। आओ जी हुण श्लोक बोलीए, श्लोक दे विच बोलीए अरदास हुकमनामा साहिब, कड़ा प्रसादियां देगां लै करके फिर आपो अपने कारो विहार करने ने। लोक सुखीए परलोक सहेले, नानक हर प्रभ आपे मिले। श्लोक पावन गुरु पाणी पिता, माता तरत महत, दिवस रात दो दाई दाया, खिलै सगल जगत, चंगियाइयां बुरियाइयां, बचे धर्म हदूर, करमी आपो अपने, के नेड़े के दूर, जिनी नाम ते आया, गए मसकत काल, नानक ते मुखे उजले, के ती सुटी नाल,
जिनी नाम ते आया, गए मसकत काल। नानक ते मुखे उजले, केती छुट्टी नाल। जिनी नाम ते आया, गए मसकत काल। नानक ते मुखे उजले, केती छुट्टी नाल। वाहिगुरु जी का खालसा, वाहिगुरु जी की फतेह।